ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ, ਤੁਸੀਂ ਵੇਖ ਰਹੇ ਹੋ ਦ ਬੈਨੀਪਾਲ ਸ਼ੋ। ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਅੱਗੇ। ਠੰਡ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਆ, ਪਰ ਖਬਰਾਂ ਜਿਹੜੀਆਂ ਨੇ ਉਹ ਠੰਡੀਆਂ ਨਹੀਂ ਹੋਣਗੀਆਂ। ਖਬਰਾਂ 'ਚ ਪੂਰੀ ਦੀ ਪੂਰੀ ਗਰਮੈਸ਼ ਜਿਹੜੀ ਆ ਉਹ ਬਣੀ ਹੋਈ ਆ। ਇਹ ਸਾਰੀਆਂ ਦੀਆਂ ਸਾਰੀਆਂ ਖਬਰਾਂ ਜਿਹੜੀਆਂ ਨੇ, ਅੱਜ ਦੀਆਂ ਜਿਹੜੀਆਂ ਮੇਨ ਹਾਈਲਾਈਟਸ ਨੇ, ਅਸੀਂ ਉਹਦੇ ਰੂਬਰੂ ਹੋਣਾ। ਤੇ ਬੈਨੀਪਾਲ ਸਾਹਿਬ ਜਿਹੜੇ ਨੇ ਉਹ ਆਪਣੇ ਸ਼ੋਅ ਦੇ ਵਿੱਚ ਵੈਸੇ ਤਾਂ ਆ ਕੇ ਹਾਜ਼ਰੀ ਲਵਾਉਂਦੇ ਨੇ, ਪਰ ਹੁਣ ਦੋ ਸ਼ੋਅਜ਼ ਉਹ ਕਿਸ ਤਰ੍ਹਾਂ ਕਰ ਸਕਦੇ ਨੇ। ਸੋ ਤਾਂ ਕਰਕੇ ਤੁਹਾਨੂੰ ਕਿਹਾ ਹੀ ਆ ਵੀ ਅਗਲੇ ਮਹੀਨੇ ਦੇ ਮਿਡ ਤੱਕ ਉਹ ਆ ਜਾਣਗੇ ਤੁਹਾਡੇ ਕੋਲ ਵਾਪਸ। ਤਦ ਤੱਕ ਮੇਰੇ ਵੱਲੋਂ ਕੋਈ ਵੀ ਕਮੀ ਪੇਸ਼ੀ ਜਿਹੜੀ ਹੈ ਛੱਡੀ ਨਹੀਂ ਜਾਏਗੀ। ਉਹ ਕਹਿੰਦੇ ਆ ਨਾ ਕਿ ਜਦੋਂ ਤੁਸੀਂ ਕਿਸੇ ਹੋਰ ਦੀ ਕੁਰਸੀ ਤੇ ਆ ਕੇ ਬਹਿੰਦੇ ਹੈਗੇ ਤਾਂ ਰਿਸਪੌਂਸਿਬਿਲਿਟੀ ਜਿਹੜੀ ਹੈ ਉਹ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਹਾਲਾਂਕਿ ਇੱਥੇ ਕੁਰਸੀਆਂ ਵਾਲੀ ਕੋਈ ਗੱਲ ਨਹੀਂ ਹੈਗੀ। ਤੁਸੀਂ ਦੇਖਦੇ ਹੋਣੇ ਹੋ ਕਿ ਅੱਜ ਮੇਰਾ ਆਲਾ ਦੁਆਲਾ ਜਿਹੜਾ ਹੈ ਉਹ ਥੋੜਾ ਡਿਫਰੈਂਟ ਹੈਗਾ। ਹਾਲਾਂਕਿ ਮੈਂ ਉਸੇ ਜਗ੍ਹਾ ਤੇ ਬੈਠੀ ਹੋਈ ਹਾਂ, ਫਰੇਮ ਥੋੜਾ ਡਿਫਰੈਂਟ ਹੈਗਾ ਕਿਉਂਕਿ ਮੈਂ ਆਪਣਾ ਟਰਾਈਪੋਡ ਜਿਹੜਾ ਹੈ ਉਹ ਕਿਤੇ ਭੁੱਲ ਆਈ। ਪਰ ਮੈਨੂੰ ਨਹੀਂ ਇਹ ਲੱਗਦਾ ਹੈਗਾ ਕਿ ਕੋਈ ਫਰਕ ਪੈਂਦਾ ਇਸ ਨਾਲ ਕਿ ਕਿੱਥੇ ਬਹਿ ਕੇ ਖਬਰਾਂ ਦੇ ਰਹੇ ਆ। ਕੋਈ ਫਰਕ ਪੈਂਦਾ ਕਿ ਕਿੱਥੇ ਕੀ ਭੁੱਲਿਆ ਗਿਆ। ਖਬਰ ਜਿਹੜੀ ਹੈ ਉਹ ਅਨਫਿਲਟਰਡ ਹੋਣੀ ਚਾਹੀਦੀ ਹੈ, ਸੱਚ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਇਮਾਨ ਜਿਹੜਾ ਹੈ ਉਹ ਡਗਮਗਾਣਾ ਨਹੀਂ ਚਾਹੀਦਾ। ਖਬਰ ਨੂੰ ਦੱਸਣ ਦਾ ਤਰੀਕਾ ਜਿਹਾ ਹੋਣਾ ਚਾਹੀਦਾ ਹੈ ਕਿ ਹਰ ਆਮ ਉਹ ਖਾਸ ਜਿਹੜਾ ਹੈ ਉਸ ਨੂੰ ਸਮਝ ਸਕੇ, ਤੇ ਨਾਲੋਂ ਨਾਲ ਲਫ਼ਜ਼ਾਂ ਦੀ ਜਿਹੜੀ ਚੋਣ ਹੋਵੇ ਉਹ ਇਸ ਤਰ੍ਹਾਂ ਨਾਲ ਹੋਵੇ ਕਿ ਕਿਸੇ ਦਾ ਦਿਲ ਜਿਹੜਾ ਹੈ ਉਹ ਨਾ ਦੁਖਾ ਜਾਏ। ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਜਿਹੜਾ ਉਹ ਆਪਾਂ ਰੱਖਦੇ ਹੈਗੇ ਆ, ਕੋਸ਼ਿਸ਼ ਤਾਂ ਕਰਦੇ ਹੈਗੇ ਆ। ਬਾਕੀ ਭੁੱਲਾਂ ਗਲਤੀਆਂ ਜਿਹੜੀਆਂ ਉਹ ਕਿਸ ਕੋਲ ਨਹੀਂ ਹੁੰਦੀਆਂ ਹੈਗੀਆਂ। ਬਾਕੀ ਬੈਨੀਪਾਲ ਸਾਹਿਬ ਜਿਹੜੇ ਆ ਉਹ ਆਪਣੇ ਇੱਕ ਸ਼ੋਅ 'ਚ ਤਾਂ ਆ ਰਹੇ ਆ, ਕਦੀ ਆ ਜਾਂਦੇ ਆ ਜ਼ਿਆਦਾਤਰ ਵੈਸੇ ਤਾਂ ਉਹ, ਪਰ ਹੁਣ ਇਸ ਸ਼ੋਅ ਦੇ ਵਿੱਚ ਉਹ ਮੈਨੂੰ ਲੱਗਦਾ ਕਿ ਅਗਲੇ ਮਹੀਨੇ ਦੇ ਮਿਡ 'ਚ ਹੀ ਆ ਪਾਉਣਗੇ, ਕਿਉਂਕਿ ਅਫਕੋਰਸ ਇੰਡੀਆ ਹੈਗੇ ਆ ਤੇ ਫਿਰ ਉਹਨਾਂ ਦੇ ਆਪਣੇ ਰੁਝੇਵੇਂ ਵੀ ਹੈਗੇ ਆ। ਸੋ ਥੋੜ੍ਹੇ ਦਿਨ ਤੁਹਾਨੂੰ ਮੇਰੇ ਤੋਂ ਖਬਰਾਂ ਸੁਣਨੀਆਂ ਪੈਣਗੀਆਂ, ਤੇ ਜਦੋਂ ਜਦੋਂ ਆਪਾਂ ਖਬਰਾਂ ਦੀ ਗੱਲ ਕਰਾਂਗੇ ਕੋਸ਼ਿਸ਼ ਇਹੀ ਰਹੇਗੀ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਮੀ ਪੇਸ਼ੀ ਜਿਹੜੀ ਹੈ ਉਹ ਨਾ ਰਹਿ ਜਾਏ। ਸੋ ਅੱਜ ਜਿਹੜੀਆਂ ਖਬਰਾਂ ਨੇ, ਫਿਰ ਅੱਜ ਅਗੇਨ ਭਿੰਨ ਭਿੰਨ ਤਰ੍ਹਾਂ ਦੀਆਂ ਖਬਰਾਂ ਹੈਗੀਆਂ। ਖਬਰਾਂ ਦੀ ਤਸਵੀਰ ਜਿਹੜੀ ਹੈ ਉਹ ਬਹੁਤ ਜ਼ਿਆਦਾ ਡਿਫਰੈਂਟ ਹੈਗੀ ਆ, ਹਰ ਖਬਰ ਦੂਜੇ ਨਾਲੋਂ ਜੁਦਾ ਹੈਗੀ ਆ। ਅੱਜ ਦੀਆਂ ਕੀ ਹਾਈਲਾਈਟਸ ਨੇ, ਉਹਨਾਂ ਹਾਈਲਾਈਟਸ ਦਾ ਜ਼ਿਕਰ ਜਿਹੜਾ ਹੈ ਅੱਜ ਕਰ ਲੈਂਦੇ ਆ ਕਿ ਅੱਜ ਕੀ ਖਾਸ ਹੋਇਆ, ਤੇ ਉਸ ਤੇ ਨਜ਼ਰ ਬਣਾਉਣੀ ਜ਼ਰੂਰੀ ਹੈ। ਕੁਝ ਖਬਰਾਂ ਅਸੀਂ ਛੱਡ ਵੀ ਦਿੰਦੇ ਆ, ਇਮਾਨਦਾਰੀ ਨਾਲ ਕਹਿ ਰਹੇ ਹਾਂ, ਕਿਉਂਕਿ ਇੱਕ ਅੱਧੇ ਘੰਟੇ ਦੇ ਸ਼ੋਅ ਦੇ ਵਿੱਚ ਕਦੀ ਅੱਧੇ ਘੰਟੇ ਤੋਂ ਥੋੜਾ ਘੱਟ ਵੀ ਹੁੰਦਾ, 1-2 ਮਿੰਟ ਕਦੀ ਵੱਧ ਵੀ ਹੁੰਦਾ, ਪਰ ਇਸ ਤੋਂ ਵੱਧ ਨਹੀਂ ਕਰ ਸਕਦੇ। ਸੋ ਅੱਧੇ ਘੰਟੇ ਦੇ ਸ਼ੋਅ ਦੇ ਵਿੱਚ ਆਪਾਂ ਜਿੰਨੀਆਂ ਮੈਕਸਿਮਮ ਹਾਈਲਾਈਟਸ ਕੈਰੀ ਕਰ ਸਕਦੇ ਆ ਆਪਾਂ ਉਨੀਆਂ ਕਰਦੇ ਹੈਗੇ ਆ। ਸੋ ਜਿਹੜੀ ਸ਼ੁਰੂਆਤ ਆ, ਧੁੰਦ ਜਿਹੜੀ ਆ ਪੈ ਰਹੀ ਆ, ਇਹ ਸਭ ਨੂੰ ਪਤਾ ਆ। ਅਲਰਟ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ, ਪਰ ਧੁੰਦ ਦੇ ਵਿੱਚ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ। ਹੁਣ ਉਹ ਕਿਹੜੀਆਂ ਸਾਜ਼ਿਸ਼ਾਂ ਨੇ, ਇਸ ਦੇ ਬਾਰੇ ਅਸੀਂ ਜ਼ਿਕਰ ਕਰਨਾ ਹੈਗਾ ਕਿ ਧੁੰਦ ਦੇ ਵਿੱਚ ਅਜਿਹੀਆਂ ਕਿਹੜੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਘੜੀਆਂ ਜਾ ਰਹੀਆਂ ਨੇ ਤੇ ਜਿਹੜੀਆਂ ਪੰਜਾਬ ਸੂਬੇ ਵਾਸਤੇ ਸਹੀ ਨਹੀਂ। ਸੋ ਦੂਜੀ ਖਬਰ ਜਿਹੜੀ ਹੈਗੀ ਆ ਉਹ ਹੈ ਕਿ ਮਾਵਾਂ ਆਪਣੇ ਪੁੱਤਾਂ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਕੋਲ ਲਗਾਤਾਰ ਜਾ ਰਹੀਆਂ ਨੇ, ਤੇ ਇਹ ਮਾਵਾਂ ਆਪਣੇ ਪੁੱਤਾਂ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਕੋਲ ਕਿਉਂ ਜਾ ਰਹੀਆਂ ਨੇ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦੋ ਧੜੇ ਬਣੇ ਹੋਏ ਨੇ ਜੀ ਪੰਜਾਬ ਦੇ ਵਿੱਚ। ਸੋਸ਼ਲ ਮੀਡੀਆ ਤੇ ਵੀ ਦੋ ਤਰ੍ਹਾਂ ਦੇ ਲੋਕ ਹੈਗੇ ਨੇ, ਇੱਕ ਪਸੰਦ ਕਰਦੇ ਨੇ, ਇੱਕ ਨਾ ਪਸੰਦ ਕਰਦੇ ਹੈਗੇ ਆ, ਤੇ ਇੱਕ ਤੀਸਰੇ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਜਿਹੜੇ ਕੁਝ ਕੁ ਚੀਜ਼ਾਂ ਨੂੰ ਅੰਮ੍ਰਿਤਪਾਲ ਦੀਆਂ ਨੂੰ ਪਸੰਦ ਕਰਦੇ ਨੇ ਤੇ ਕੁਝ ਕੁ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ। ਇਸ ਦੇ ਬਾਰੇ ਵੀ ਗਹਿਨ ਡਿਸਕਸ਼ਨ ਜਿਹੜੀ ਹੈ ਆਪਾਂ ਜ਼ਰੂਰ ਕਰਾਂਗੇ। ਸੋ ਜਿਹੜੀ ਤੀਜੀ ਖਬਰ ਹੈਗੀ ਆ ਉਹ ਰਾਜਾ ਵੜਿੰਗ ਦੀ ਹੈਗੀ ਆ। ਰਾਜਾ ਵੜਿੰਗ ਬੜੇ ਤੱਤੇ ਹੋਏ ਪਏ ਨੇ ਅੱਜ ਕੱਲ੍ਹ, ਸਟੇਜ ਤੋਂ ਬਹੁਤ ਹੀ ਜ਼ਿਆਦਾ ਤੱਤੇ ਹੋਏ ਪਏ। ਤੇ ਰਾਜਾ ਵੜਿੰਗ ਨੇ ਇੱਕ ਖਾਸ ਗੱਲ ਕਹੀ ਅੱਜ। ਰਾਜਾ ਵੜਿੰਗ ਨੇ ਕਹਿ ਦਿੱਤਾ ਕਿ ਤਾੜੀ ਜਿਹੜੀ ਹੈ ਉਹ ਠੋਕਣੀ ਨਹੀਂ ਆ, ਠੋਕਣੀ ਨਹੀਂ ਮਾਰਨੀ ਆ। ਸਮਝ ਗਏ ਹੋਣੇ ਤੁਸੀਂ, ਕੋਈ ਯਾਦ ਆ ਗਿਆ ਹੋਣਾ ਠੋਕੋ ਤਾੜੀ ਵਾਲਾ। ਸੋ ਇਸ ਤੇ ਚਰਚਾ ਜ਼ਰੂਰ ਕਰਾਂਗੇ ਕਿਉਂਕਿ ਕਾਂਗਰਸ ਦੇ ਵਿੱਚ ਵਿਦਨ ਕਾਂਗਰਸ ਬਹੁਤ ਕੁਝ ਹੋ ਰਿਹਾ। ਚੌਥੀ ਖਬਰ ਜਿਹੜੀ ਹੈ, ਐਸਜੀਪੀਸੀ ਪ੍ਰਧਾਨ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ, ਉਹ ਹਰਿਆਣਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਹਰਿਆਣਾ ਕਮੇਟੀ ਦੀਆਂ, ਉਹ ਨਹੀਂ ਮੰਨਦੇ। ਕਹਿੰਦੇ ਮੈਂ ਨਹੀਂ ਮੰਨਦਾ ਹੈਗਾ ਇਹਨਾਂ ਨੂੰ। ਉਹਨਾਂ ਨੇ ਆਪਣੇ ਵੱਲੋਂ ਰੱਦ ਕਹਿ ਦਿੱਤੀਆਂ। ਉਹ ਕਹਿੰਦੇ ਕਿ ਮੈਂ ਪ੍ਰਧਾਨ ਮੰਨਦਾ ਹੀ ਨਹੀਂ ਹੈਗਾ। ਹੁਣ ਅੱਗੇ ਕਿੱਥੇ ਮਾਮਲਾ ਜਾਂਦਾ ਆ, ਕਿਉਂਕਿ ਅੱਜ ਨਵੇਂ ਪ੍ਰਧਾਨ ਜਿਹੜੇ ਨੇ ਉਹ ਬਣੇ ਨੇ। ਸੋ ਉਹਨਾਂ ਬਾਰੇ ਵੀ ਜ਼ਿਕਰ ਕਰਾਂਗੇ ਤੇ ਅੱਗੇ ਪ੍ਰਤੀਕਿਰਿਆਵਾਂ ਕੀ ਆ ਰਹੀਆਂ ਨੇ ਉਸ ਬਾਰੇ ਵੀ ਜ਼ਿਕਰ ਕਰਨਾ ਜਿਹੜਾ ਹੈ ਉਹ ਬਣਦਾ ਹੈਗਾ। ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਹੈਗੀ ਆ, ਇਹ ਕ੍ਰਾਈਮ ਨਾਲ ਲਿੰਕ ਰੱਖਦੀ ਆ। ਲਵ ਮੈਰਿਜ ਹੋਈ ਨੂੰ 3 ਹੀ ਸਾਲ ਹੋਏ ਸੀਗੇ, ਘਰ ਵਾਲੀ ਤੇ ਸ਼ੱਕ ਹੋਇਆ ਕਿ ਬਾਹਰ ਕਿਤੇ ਅਫੇਅਰ ਹੈ ਤੇ ਫਿਰ ਮਾਰ ਦਿੱਤੀ। ਸ਼ੱਕ ਦੇ ਆਧਾਰ ਤੇ ਹੀ ਘਰ ਵਾਲੀ ਮਾਰ ਦਿੱਤੀ। ਰਿਸ਼ਤਿਆਂ ਤੇ ਗੱਲ ਕਰਨੀ
ਜ਼ਰੂਰੀ ਹੁੰਦੀ ਹੈ ਤੇ ਰੋਜ਼ ਤਾਂ ਹੀ ਗੱਲ ਕਰਦੇ ਹੈਗੇ ਆ ਕਿ ਕਿਤੇ ਦੂਰ ਦੁਰਾਡੇ ਬੈਠੇ ਪ੍ਰੋਗਰਾਮ ਦੇਖ ਰਹੇ ਹੋਣਗੇ ਤੇ ਸੇਧ ਜਿਹੜੀ ਹੈ ਥੋੜੀ ਬਹੁਤ ਮਿਲ ਜਾਏ। ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਚਾਰਕ ਨਹੀਂ ਹੈਗੀ ਜਾਂ ਕੋਈ ਕਮੈਂਟੇਟਰ ਨਹੀਂ ਹੈਗੀ ਕਿ ਗੱਲਾਂ ਜਿਹੜੀਆਂ ਨੇ ਮੈਂ ਕਰਾਂ ਤੇ ਦੂਰ ਦੂਰ ਤੱਕ ਜਾਣ, ਪਰ ਜੇ 10 ਲੋਕ ਵੀ ਇਸ ਨੂੰ ਸੁਣ ਲੈਂਦੇ ਆ ਤੇ ਕਿਸੇ ਇੱਕ ਦੇ ਖਾਨੇ ਵੀ ਇਹ ਗੱਲ ਪੈ ਜਾਂਦੀ ਆ ਤੇ ਇਸ ਤੋਂ ਵਧੀਆ ਤੇ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਹੈਗੀ, ਕਿਉਂਕਿ ਅੱਜ ਕੱਲ ਚੀਜ਼ਾਂ ਜਿਹੜੀਆਂ ਨੇ ਉਹ ਖਰਾਬ ਹੋ ਰਹੀਆਂ ਨੇ ਤੇ ਰਿਸ਼ਤਿਆਂ ਦੇ ਵਿੱਚ ਇਦਾਂ ਇੰਨੀ ਖਰਾਬੀ ਆਉਣਾ ਸਹੀ ਨਹੀਂ ਕਿ ਤੁਸੀਂ ਮਾਰਨ ਤੇ ਆ ਜਾਂਦੇ ਹੈਗੇ ਹੋ। ਉਸ ਤੋਂ ਬਾਅਦ ਗੱਲ ਕਰਨੀ ਹੈਗੀ ਆ ਪੁਰਾਣੀ ਰੰਜਿਸ਼ ਦੀ, ਫਿਰ ਕ੍ਰਾਈਮ ਦੀ ਹੀ ਖਬਰ ਹੈਗੀ ਆ ਜਿਸ ਦੇ ਵਿੱਚ ਇੱਕ ਨਵਾਂ ਵਿਆਹਿਆ ਮੁੰਡਾ ਜਿਹੜਾ ਹੈ ਉਹ ਮਾਰਿਆ ਗਿਆ। ਅਜੇ ਕੁਝ ਹੀ ਦਿਨ ਪਹਿਲਾਂ ਜਿਹੜਾ ਵਿਆਹ ਹੋਇਆ ਸੀ, ਨਵਾਂ ਵਿਆਹਿਆ ਮੁੰਡਾ ਮਾਰਿਆ ਗਿਆ, ਗੋਲੀਆਂ ਚੱਲੀਆਂ। ਇੱਥੇ ਕੀ ਪੂਰਾ ਮਾਮਲਾ, ਇਸ ਦੇ ਬਾਰੇ ਡਿਸਕਸ ਕਰਾਂਗੇ ਤੇ ਨਾਲੋਂ ਨਾਲ ਲਤੀਫਪੁਰਾ ਵਰਗੀ ਕਾਰਵਾਈ ਜਿਹੜੀ ਹੈ ਉਹ ਹੁਣ ਲੁਧਿਆਣਾ ਵਿੱਚ ਵੀ ਹੋਈ ਆ। ਇੱਥੇ ਤੁਸੀਂ ਦੇਖੋਗੇ ਕਿ ਦੁਕਾਨਦਾਰ ਮਿੰਨਤਾਂ ਕਰ ਰਹੇ ਨੇ, ਸਮਾਨ ਵੀ ਕੱਢਣ ਦਾ ਟਾਈਮ ਨਹੀਂ ਦਿੱਤਾ। ਇੱਥੇ ਵੀ ਅੱਜ ਪੁਲਿਸ ਨੇ ਡੰਡੇ ਵਰਾਏ ਨੇ। ਸੋ ਇਹਨਾਂ ਸਭ ਖਬਰਾਂ ਤੇ ਅੱਜ ਡੂੰਗੀ ਚਰਚਾ ਹੋਏਗੀ। ਸੋ ਸਭ ਤੋਂ ਪਹਿਲੀ ਖਬਰ ਅਸੀਂ ਲਵਾਂਗੇ ਫਾਜ਼ਿਲਕਾ ਬਾਰਡਰ ਤੋਂ, ਜਿੱਥੇ ਕਿ BSF ਨੇ ਅੱਜ ਇੱਕ ਕਾਮਯਾਬੀ ਕਹਿ ਲਓ ਪ੍ਰਾਪਤ ਕੀਤੀ ਹੈਗੀ ਆ, ਜਾਂ ਫਿਰ ਅਸੀਂ ਇਹ ਕਹਿ ਲਈਏ ਕਿ ਧੁੰਦ ਦਾ ਫਾਇਦਾ ਚੁੱਕ ਕੇ ਜਿਹੜੇ ਸਮਗਲਰ ਹੈਗੇ ਨੇ, ਤਸਕਰ ਹੈਗੇ ਨੇ, ਉਹਨਾਂ ਦੀ ਚਾਂਦੀ ਹੋਈ ਪਈ ਹੈ। ਹੋਇਆ ਕਿ BSF ਵਾਲੇ ਆਪਣੀ ਗਸ਼ਤ ਕਰ ਰਹੇ ਸਨ, ਉਹ ਆਪਣਾ ਰੂਟੀਨ ਜਿਹੜਾ ਹੈ ਚੈਕਿੰਗ ਕਰ ਰਹੇ ਸਨ ਤੇ ਉਸ ਦਰਮਿਆਨ ਉਹਨਾਂ ਨੂੰ ਕੋਈ ਹਲਚਲ ਹੁੰਦੀ ਹੋਈ ਦਿਸਦੀ ਹੈਗੀ ਹੈ। ਸੋ ਧੁੰਦ ਬਹੁਤ ਜ਼ਿਆਦਾ ਸੀ, ਜਿਵੇਂ ਤੁਹਾਨੂੰ ਕਿਹਾ ਕਿ ਵਿਜ਼ਿਬਿਲਿਟੀ ਜਿਹੜੀ ਹੈ ਉਹ ਬਿਲਕੁਲ ਨਿਲ ਆ, ਤੇ ਜੇ ਦਿਨ ਵੀ ਹੋਵੇ ਤਾਂ ਮਤਲਬ 150 ਮੀਟਰ, 100 ਮੀਟਰ, 150 ਮੀਟਰ, ਮੈਕਸਿਮਮ 200 ਮੀਟਰ ਵਿਜ਼ਿਬਿਲਿਟੀ ਰਹਿੰਦੀ ਹੈ, ਉਸ ਤੋਂ ਜ਼ਿਆਦਾ ਅੱਗੇ ਤੁਸੀਂ ਦੇਖ ਨਹੀਂ ਸਕਦੇ ਹੈਗੇ। ਸੋ BSF ਵਾਸਤੇ ਵੀ ਦਿੱਕਤਾਂ ਜਿਹੜੀਆਂ ਨੇ ਉਹ ਉਹੀ ਨੇ। ਉਹਨਾਂ ਨੂੰ ਨਜ਼ਰ ਆਇਆ। ਫਿਰ ਇਸ ਦਰਮਿਆਨ ਕੀ ਹੋਇਆ ਕਿ ਸਮਗਲਰ ਜਿਹੜੇ ਸੀਗੇ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ BSF ਵਾਲਿਆਂ ਦੇ, ਤੇ BSF ਵਾਲਿਆਂ ਨੇ ਅੱਗੋਂ ਜਿਹੜੀ ਹੈ ਜਵਾਬੀ ਫਾਇਰ ਕੀਤੇ। ਇਸ ਦਰਮਿਆਨ ਧੁੰਦ ਦਾ ਫਾਇਦਾ ਚੱਕ ਕੇ ਨਸ਼ਾ ਤਸਕਰ ਤਾਂ ਭੱਜ ਗਏ, ਪਰ ਉਹਨਾਂ ਦੀ ਜਿਹੜੀ ਪਾਈਪ ਹੈ, ਨਸ਼ਾ ਹੈ, ਉੱਥੇ ਰਹਿ ਗਿਆ ਤੇ ਪਾਈਪ ਦੇ ਵਿੱਚੋਂ ਜਿਹੜੀ ਬਰਾਮਦਗੀ ਹੋਈ ਹੈਗੀ ਆ ਉਹ ਹੈਰਨ ਦੀ ਹੋਈ ਹੈਗੀ ਆ। ਪਾਈਪ ਦੇ ਵਿੱਚੋਂ ਜਿਹੜੀ ਹੈ ਉਹ ਹੈਰਨ ਮਿਲੀ ਆ। ਹੋ ਕੀ ਰਿਹਾ ਹੈ ਕਿ ਇਹ ਲੋਕ ਜਿਹੜੇ ਨੇ ਬਾਰਡਰ ਤੇ ਜਿਹੜੇ ਲੋਕ ਨੇ ਇਹ ਫਸਲਾਂ ਬੀਜਣ ਦੇ ਬਹਾਨੇ ਜਿਹੜੇ ਉੱਥੇ ਆਉਂਦੇ ਹੈਗੇ, ਉਹ ਖੇਤਾਂ ਦੇ ਬਹਾਨੇ ਜਿਹੜੇ ਉੱਥੇ ਆਉਂਦੇ ਹੈਗੇ ਤੇ ਇੱਥੇ ਆ ਕੇ ਇਹ ਕਾਰੇ ਕਰਦੇ ਹੈਗੇ ਆ। ਪੈਕਟਸ ਜਿਹੜੇ ਆ ਉਹ ਸੁੱਟ ਜਾਂਦੇ ਆ, ਪਾਈਪਾਂ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਪਾ ਜਾਂਦੇ ਹੈਗੇ ਆ। ਅਸੀਂ ਅਕਸਰ ਇਸ ਤੇ ਬਹੁਤ ਜ਼ਿਆਦਾ ਗੱਲ ਕੀਤੀ ਆ। ਜਦੋਂ ਅਸੀਂ ਇੰਪਲੋਇਮੈਂਟ ਨੂੰ ਜੋੜ ਕੇ ਇਹਦੇ ਨਾਲ ਗੱਲ ਕਰਦੇ ਹੈਗੇ ਆ ਕਿ ਜਦੋਂ ਹਾਲਾਂਕਿ ਭਗਵੰਤ ਮਾਨ ਸਰਕਾਰ ਨੇ ਕਈ ਨੌਕਰੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ, ਪਰ ਇੱਥੇ ਗੱਲ ਇੱਕ ਸਰਕਾਰ ਦੀ ਨਹੀਂ ਹੈਗੀ। ਇੱਥੇ ਸਰਕਾਰਾਂ ਪਿਛਲੀਆਂ ਤੋਂ ਇਹ ਕੰਮ ਚੱਲਦਾ ਆ ਰਿਹਾ ਹੈ ਕਿ ਪਹਿਲਾਂ ਇੰਪਲੋਇਮੈਂਟ ਨਹੀਂ, ਜੌਬਸ ਨਹੀਂ, ਸ਼ਾਰਟਕਟ ਲੱਭਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਇਹ ਨਸ਼ਾ ਇਸ ਤਰ੍ਹਾਂ ਨਾਲ ਸਿਰਫ ਪਹੁੰਚਾਉਣ ਦੇ ਉਹਨਾਂ ਨੂੰ ਬਥੇਰੇ ਪੈਸੇ ਮਿਲ ਜਾਂਦੇ ਆ। ਉਹਨੇ ਪੈਸੇ ਮਿਲ ਜਾਂਦੇ ਆ ਜਿੰਨੀ ਸਾਡੀ ਮਹੀਨੇ ਦੀ ਸੈਲਰੀ ਹੋਣੀ ਹੈਗੀ ਆ। ਸੋ 20 ਮਿੰਟ ਦਾ ਕੰਮ ਕਰਨ ਦੀ ਉਹਨਾਂ ਨੂੰ ਇੰਨੇ ਪੈਸੇ ਮਿਲ ਜਾਂਦੇ ਆ। ਤੇ ਇਹ ਡਰੱਗ ਜਦੋਂ ਵੱਡੀ ਖੇਪ ਵੀ ਹੁੰਦੀ ਹੈ, ਇਹ ਡਰੱਗ ਦਿੱਲੀ ਕ੍ਰਾਸ ਕਰਦੀ ਹੋਈ ਜਦੋਂ ਇੰਟਰਨੈਸ਼ਨਲ ਬਾਰਡਰਸ ਤੱਕ ਵੀ ਪਹੁੰਚਦੀ ਹੈਗੀ ਹੈ ਤੇ ਉਸ ਦੀ ਕੀਮਤ ਜਿਹੜੀ ਆ ਉਨੀ ਹੋ ਜਾਂਦੀ ਹੈ ਜਿਹੜੀ ਤੁਹਾਡੀ ਮੇਰੀ ਸਮਝ ਤੋਂ ਵੀ ਬਾਹਰ ਹੈਗੀ ਆ। ਸੋ ਅਜਿਹੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਬਾਰਡਰ ਤੇ ਅਜਿਹਾ ਹੋਇਆ। ਇਸ ਤੋਂ ਪਹਿਲਾਂ ਵੀ ਬਥੇਰਾ ਕੁਝ ਅਜਿਹਾ ਹੁੰਦਾ ਰਿਹਾ ਹੈ। ਅਸੀਂ ਬਾਰਡਰ ਏਰੀਆ 'ਚ ਜਾ ਕੇ ਜਦੋਂ ਰਿਪੋਰਟਿੰਗ ਵੀ ਕੀਤੀ ਹੈਗੀ ਆ, ਕੁਝ ਏਰੀਆਜ਼ ਦੇ ਵਿੱਚ ਤਾਂ ਤੁਹਾਨੂੰ ਬੱਚੇ ਵੀ ਉੱਥੇ ਟੀਕੇ ਲਾਉਂਦੇ ਹੋਏ ਨਜ਼ਰ ਆਉਂਦੇ ਆ, ਤੇ ਜੇ ਤੁਸੀਂ ਉਹਨਾਂ ਕੋਲ ਖੜ ਵੀ ਜਾਓ। ਇੱਕ ਵਾਰੀ ਇੱਦਾਂ ਹੀ ਮੈਂ ਉੱਥੇ ਮੌਜੂਦ ਹੈਗੀ ਸੀ ਤੇ ਮੈਂ ਉੱਥੇ ਰਿਪੋਰਟਿੰਗ ਕਰ ਰਹੀ ਸੀ ਤੇ ਮੈਨੂੰ ਟੀਕਾ ਲਾਉਣ ਦਾ ਹੋਇਆ ਕੋਈ 13-14 ਸਾਲ ਦਾ ਬੱਚਾ ਜਿਹੜਾ ਹੈ ਉੱਥੇ ਨਜ਼ਰ ਆਉਂਦਾ ਹੈ। ਤੇ ਮੈਂ ਉਸਨੂੰ, ਇਹ ਕਾਫੀ ਸਾਲ ਪੁਰਾਣੀ ਗੱਲ ਹੋ ਗਈ, 6-7 ਸਾਲ ਪੁਰਾਣੀ ਗੱਲ ਹੋ ਗਈ, ਤੇ ਜਦੋਂ ਮੈਂ ਪੁੱਛਿਆ ਵੀ ਕੀ ਕਰ ਰਿਹਾ ਹੈਗਾ ਤੇ ਮੈਨੂੰ ਕਹਿੰਦਾ ਆ ਜਾਓ ਤੁਸੀਂ ਵੀ ਟੀਕਾ ਲਾ ਲਓ। ਮਤਲਬ ਉਹ ਇੰਨੇ ਕੁ ਜ਼ਿਆਦਾ ਆਦੀ ਹੋ ਚੁੱਕੇ, ਉਹਨਾਂ ਨੂੰ ਕੈਮਰੇ ਦਾ ਡਰ ਨਹੀਂ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ। ਉਹਨਾਂ ਦਾ ਵਤੀਰਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋ ਚੁੱਕਾ ਹੋਵੇ। ਸੋ ਅਜਿਹੇ ਵਿੱਚ ਅੱਜ ਜਿਹੜੀ ਹੈ BSF ਦੇ ਜਵਾਨਾਂ ਦੇ ਨਾਲ ਨਸ਼ਾ ਤਸਕਰ ਦੀ ਜਿਹੜੀ ਹੈ ਮੁੱਠਭੇੜ ਹੋਈ ਹੈਗੀ ਆ। ਸੋ ਜਵਾਨਾਂ ਨੇ ਜਿਵੇਂ ਮੋਰਚਾ ਸੰਭਾਲਿਆ ਤੇ ਉਸੇ ਤਰ੍ਹਾਂ ਉਹ ਜਿਹੜੇ ਉਹ ਭੱਜ ਗਏ। ਸੋ ਹੈਰਨ ਦੇ ਪੈਕੇਟ ਛੱਡ ਕੇ ਜਿਹੜਾ ਹੈ ਉਹ ਤਸਕਰ ਭੱਜਿਆ ਤੇ ਜਵਾਨਾਂ ਨੇ ਇੱਕ ਪਾਈਪ ਤੇ 25 ਕਿਲੋ ਹੈਰਨ ਜਿਹੜੀ ਹੈ ਉਹ ਬਰਾਮਦ ਕੀਤੀ ਹੈਗੀ ਆ। ਧੁੰਦ ਦੇ ਕਾਰਨ ਦੋਵਾਂ ਦੇਸ਼ਾਂ ਦੇ ਜਿਹੜੇ ਤਸਕਰ ਹੈਗੇ ਨੇ, ਸਮਗਲਰ ਹੈਗੇ ਆ, ਉਹ ਇਸ ਵਕਤ ਦੇ ਉੱਤੇ ਬੇਹੱਦ ਸਰਗਰਮ ਹੈਗੇ ਨੇ। ਸੋ ਅਜਿਹੇ ਵਿੱਚ ਪਾਕਿਸਤਾਨ ਦੀ ਹਰ ਹਰਕਤ ਤੇ ਨਜ਼ਰ ਹੈਗੀ ਆ, BSF ਦੀ ਹਰ ਹਰਕਤ ਤੇ ਨਜ਼ਰ ਰੱਖੀ ਹੋਈ ਹੈ ਤੇ ਖੇਤਾਂ ਤੋਂ ਬਰਾਮਦ ਬਹੁਤ ਵਾਰ ਨਸ਼ੇ ਦੀ ਖੇਪ ਹੋ ਚੁੱਕੀ ਆ। ਕਦੀ ਆਉਂਦਿਆਂ ਦੇਖ ਲੈਂਦੇ ਨੇ ਕਿਸੇ ਨੂੰ, ਭੱਜ ਜਾਂਦੇ ਨੇ। ਇਹ ਪਹਿਲੀ ਵਾਰ ਨਹੀਂ, ਪਹਿਲਾਂ ਵੀ ਜਿਹੜੀ ਹੈ ਬਰਾਮਦਗੀ ਅਜਿਹੀ ਹੋ ਚੁੱਕੀ ਹੈਗੀ ਆ। ਦੱਸ ਦਈਏ ਕਿ ਪਿਛਲੇ ਦਿਨੀ ਵੀ ਅਜਿਹੀਆਂ ਕਈ ਖੇਪਾਂ BSF ਵੱਲੋਂ
ਬਰਾਮਦ ਕੀਤੀਆਂ ਗਈਆਂ ਸੀਗੀਆਂ ਤੇ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਪਰ ਉੱਥੇ ਵੀ ਨਾਕਾਮ ਕਰ ਦਿੱਤਾ ਗਿਆ ਸੀ। ਸੋ ਇਹਨੂੰ ਵੀ ਅਸੀਂ ਸਕਸੈਸ ਹੀ ਮੰਨਾਂਗੇ। ਜਿਸ ਕਾਰੇ ਨੂੰ ਅੰਜਾਮ ਦੇਣ ਆਏ ਸੀ ਉਹ ਕਾਰੇ ਨੂੰ ਅੰਜਾਮ ਨਹੀਂ ਦੇ ਸਕੇ। ਹਾਲਾਂਕਿ ਨਸ਼ਾ ਤਸਕਰ ਜਿਹੜੇ ਉਹ ਭੱਜ ਗਏ। ਹੁਣ ਨਸ਼ਾ ਤਸਕਰ ਇੱਕ ਸੀ ਜਾਂ ਉਸ ਤੋਂ ਜ਼ਿਆਦਾ ਸੀ, ਜਿਸ ਗੱਲ ਦੀ ਪੁਸ਼ਟੀ ਜਿਹੜੀ ਉਹ ਸਾਹਮਣੇ ਨਹੀਂ ਆਈ ਹੈ, ਪਰ ਇਹ ਹੈ ਕਿ ਮੁੱਠਭੇੜ ਜਿਹੜੀ ਹੋਈ ਆ, ਫਾਇਰਿੰਗ ਜਿਹੜੀ ਹੋਈ ਆ ਤੇ ਇਸ ਦਰਮਿਆਨ ਧੁੰਦ ਦਾ ਫਾਇਦਾ ਜਿਹੜਾ ਹੈ ਉਹ ਖਾਸਾ ਚੁੱਕਿਆ ਜਾ ਰਿਹਾ ਹੈ। ਰੁੱਖ ਜਿਹੜਾ ਹੈ ਸਿਆਸਤਾਂ ਦਾ ਕਰ ਲੈਂਦੇ ਆ, ਗੱਲ ਜਿਹੜੀ ਹੈ ਉਹ ਕਾਂਗਰਸ ਦੀ ਕਰਦੇ ਆ ਤੇ ਕਾਂਗਰਸ ਵਿੱਚੋਂ ਗੱਲ ਜਿਹੜੀ ਹੈ ਉਹ ਰਾਜਾ ਵੜਿੰਗ ਦੀ ਕਰਦੇ ਆ। ਇਹਨੇ ਇਤਨੀ ਬੇਹੱਦ ਤੱਤੇ ਨਜ਼ਰ ਆ ਰਹੇ ਨੇ ਰਾਜਾ ਵੜਿੰਗ। ਰਾਜਾ ਵੜਿੰਗ ਜਿਹੜੇ ਆ ਉਹ ਸਟੇਜ ਤੋਂ ਅਜਿਹੀਆਂ ਕਰਾਰੀਆਂ ਗੱਲਾਂ ਕਹਿ ਰਹੇ ਨੇ ਕਿ ਤਾੜੀਆਂ ਵੱਜ ਰਹੀਆਂ ਨੇ ਤੇ ਪਰ ਉਹਨਾਂ ਨੂੰ ਇਤਰਾਜ਼ ਹੈ। ਉਹ ਕਹਿੰਦੇ ਤਾੜੀ ਜਿਹੜੀ ਹੈ ਉਹ ਠੋਕਣੀ ਨਹੀਂ, ਤਾੜੀ ਜਿਹੜੀ ਹੈ ਉਹ ਮਾਰਨੀ ਹੈਗੀ ਆ। ਸੋ ਠੋਕੋ ਤਾਲੀ ਵਾਲਾ ਟ੍ਰੈਂਡ ਜਿਹੜਾ ਆ ਉਹ ਖਤਮ ਕਰਨਾ ਚਾਹੁੰਦੇ ਨੇ। ਜਾਣਦੇ ਉਹ ਵੀ ਨੇ ਕਿ ਤਾੜੀਆਂ ਜਿਹੜੇ ਠੋਕਣ ਨੂੰ ਕਹਿੰਦੇ ਨੇ ਉਹ ਜਾਂ ਕਹਿੰਦੇ ਸੀ ਉਹ ਬਹੁਤ ਛੇਤੀ ਬਾਹਰ ਆਉਣ ਵਾਲੇ ਨੇ, ਉਹ ਸਰਗਰਮ ਹੋਣ ਵਾਲੇ ਨੇ, ਸ਼ਾਇਦ ਉਹ ਵੀ ਜਾਣਦੇ ਨੇ। ਸੋ ਕਾਂਗਰਸ ਦੇ ਵਿਦਨ ਕੀ ਕੁਝ ਚੱਲ ਰਿਹਾ ਹੈਗਾ ਇਹਦਾ ਅਸੀਂ ਅਕਸਰ ਜ਼ਿਕਰ ਕਰਦੇ ਹੈਗੇ ਆ ਕਿ ਉਧਰੋਂ ਚੰਨੀ ਸਾਹਿਬ ਜਿਹੜੇ ਨੇ ਉਹ ਭਾਰਤ ਜੋੜੋ ਯਾਤਰਾ ਦੇ ਵਿੱਚ ਆਪਣੇ ਆਪ ਨੂੰ ਸਰਗਰਮ ਦਿਖਾ ਰਹੇ ਨੇ। ਅਸੀਂ ਕਹਿ ਦਿੰਦੇ ਆ ਨਾ ਵੀ 2.0 ਨਵਾਂ ਰੂਪ ਜਿਹੜਾ ਹੈ ਨਿਕਲ ਕੇ ਸਾਹਮਣੇ ਆ ਗਿਆ। ਸੋ ਅਸੀਂ ਇਹ ਵੀ ਕਹਿ ਦਿੰਦੇ ਆ ਕਿ ਸਮਵਨ ਇਜ਼ ਬੈਕ, ਚੰਨੀ ਇਜ਼ ਬੈਕ, ਐਕਸੀਐਮ ਇਜ਼ ਬੈਕ, ਇਦਾਂ ਦੇ ਲਫ਼ਜ਼ ਵੀ ਯੂਜ਼ ਕਰ ਲੈਂਦੇ ਆ ਮੀਡੀਆ ਵਾਲੇ। ਸੋ ਇਹ ਵਾਕਈ ਕਮਬੈਕ ਜਿਹੜਾ ਹੈ ਉਹ ਹੋਇਆ। ਇਸ ਪਾਸਿਓਂ ਆ ਸਿੱਧੂ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤਾਂ ਜਿਹੜੀਆਂ ਹੋ ਰਹੀਆਂ ਉਹ ਆਪਣਾ ਵਿਸ਼ਾ ਆ। ਉਸ ਤੋਂ ਬਾਅਦ ਰਾਜਾ ਵੜਿੰਗ ਜਿਹੜੇ ਨੇ ਅੱਜ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਤਾਂ ਕਾਰੋਬਾਰੀ ਚਲਾ ਰਹੇ ਸੀ, ਯਾਨੀ ਕਿ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਉਹਨਾਂ ਲੋਕਾਂ ਦਾ, ਕੈਪਟਨ ਅਮਰਿੰਦਰ ਸਿੰਘ ਦਾ। ਕਦੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਆਸਾ ਸਿੰਘ ਮਸਤਾਨਾ ਕਹਿ ਦਿੰਦੇ ਆ, ਕਦੀ ਕਹਿ ਦਿੰਦੇ ਆ ਕਿ ਕਾਂਗਰਸ ਜਿਹੜੀ ਹੈ ਉਹ ਕਾਰੋਬਾਰੀਆਂ ਦੇ ਹੱਥੇ ਸੀ। ਕਦੀ ਉਹਨਾਂ ਨੇ ਅੱਜ ਜਿਹੜਾ ਹੈ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ, ਪਰ ਕਹਿੰਦੇ ਮੁੱਖ ਮੰਤਰੀ ਤਾਂ ਯਾਰ ਇੱਕ ਹੀ ਹੁੰਦਾ ਨਾ, ਪਰ ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ। ਕਹਿੰਦੇ ਮੈਂ 3 ਮਹੀਨੇ ਜਿਹੜਾ ਹੈ ਉਹ ਮੰਤਰੀ ਰਿਹਾ, ਪਰ ਉਸ ਤੋਂ ਬਾਅਦ ਕਹਿੰਦੇ ਚੀਜ਼ਾਂ ਜਿਹੜੀਆਂ ਨੇ ਉਹ ਬਦਲਦੀਆਂ ਗਈਆਂ ਤੇ ਜਿੰਨੀ ਦੇਰ ਤੱਕ ਅਸੀਂ ਚੀਜ਼ਾਂ ਨੂੰ ਸੁਧਾਰਦੇ, ਜਿੰਨੀ ਦੇਰ ਤੱਕ ਲੋਕਾਂ ਦੇ ਦਿਲਾਂ 'ਚ ਅਸੀਂ ਜਗ੍ਹਾ ਬਣਾਉਂਦੇ, ਉਨੀ ਦੇਰ ਤੱਕ ਬਹੁਤ ਦੇਰ ਹੋ ਚੁੱਕੀ ਸੀ, ਕਿਉਂਕਿ ਜਿਹੜੇ ਪੁਰਾਣੇ ਰਹਿੰਦੇ ਕਾਂਗਰਸ ਦੇ ਵਿੱਚ ਦਿੱਗਜ ਹੈਗੇ ਸੀ ਉਹਨਾਂ ਨੇ ਬੇੜਾ ਗਰਕ ਕੀਤਾ ਹੋਇਆ ਸੀ। ਸੋ ਰਾਜਾ ਵੜਿੰਗ ਨੇ ਸਾਰੀਆਂ ਗੱਲਾਂ ਕਹੀਆਂ। ਜਦੋਂ ਪੱਤਰਕਾਰ ਸਵਾਲ ਕਰਦੇ ਨੇ ਤਾਂ ਫਿਰ ਕਹਿ ਦਿੰਦੇ ਨੇ ਮੀਡੀਆ ਵਾਲੇ ਨੂੰ ਆਦਤ ਆ ਉਹ ਰਾਈ ਦਾ ਪਹਾੜ ਜਿਹੜਾ ਉਹ ਬਣਾਉਣਗੇ, ਮੀਡੀਆ ਵਾਲੇ ਆਹ ਕਰਦੇ ਆ, ਮੀਡੀਆ ਵਾਲੇ ਉਹ ਕਰਦੇ ਆ, ਮੇਰਾ ਕਹਿਣ ਦਾ ਕੋਈ ਮਤਲਬ ਨਹੀਂ ਸੀ। ਮਤਲਬ ਉਹ ਫਿਰ ਮਤਲਬ ਜਿਹੜੇ ਨੇ ਉਹ ਯਾਦ ਦਿਵਾਉਣਾ ਸ਼ੁਰੂ ਕਰ ਦਿੰਦੇ ਨੇ ਰਾਜਾ ਵੜਿੰਗ ਤੇ ਸਟੇਜ ਤੋਂ ਪਰ ਉਹ ਖੁੱਲਾ ਹੋ ਕੇ ਬੋਲਦੇ ਨੇ। ਸੋ ਇੱਥੇ ਲਗਾਤਾਰ ਜਿਵੇਂ ਅੱਜ ਕੱਲ ਉਹਨਾਂ ਦੀਆਂ ਸਟੇਜਸ ਜਿਹੜੀਆਂ ਨੇ ਲਗਾਤਾਰ ਚੱਲ ਰਹੀਆਂ ਨੇ। ਇੱਕ ਪੈਲਸ 'ਚ ਬਰਨਾਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ ਦੀ ਤਾਸਪੋਸ਼ੀ ਸਮੇਂ ਉਹਨਾਂ ਨੇ ਹਜ਼ਾਰਾਂ ਅੱਜ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕੀਤਾ ਹੈਗਾ ਤੇ ਇਸ ਦੇ ਵਕਤ ਉਹਨਾਂ ਨੇ ਇਹ ਗੱਲ ਕਹੀ ਕਿ 4 ਮਹੀਨੇ ਮੈਂ ਮੰਤਰੀ ਰਿਹਾ, ਫਿਰ ਕਈ ਲੋਕ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਦੇ ਲਈ ਲੜਦੇ ਰਹੇ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਲੜਦੇ ਰਹੇ। ਉਹਨਾਂ ਨੇ ਕਿਹਾ ਨਤੀਜਾ ਹੋਇਆ ਕਿ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਉਹ ਹਾਰ ਗਈ ਤੇ ਕੈਪਟਨ ਅਮਰਿੰਦਰ ਸਿੰਘ ਵੀ ਬੁਰੀ ਤਰ੍ਹਾਂ ਦੇ ਨਾਲ ਹਾਰ ਗਏ ਤੇ ਲੋਕਾਂ ਨੇ ਸਬਕ ਸਿਖਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ। ਅਮਰਿੰਦਰ ਸਿੰਘ ਨਾਲ ਕਾਂਗਰਸ ਪਾਰਟੀ ਨਹੀਂ ਸੀ, ਬਲਕਿ ਕਾਂਗਰਸ ਪਾਰਟੀ ਦੇ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਾਈ ਸੀ। ਸੋ ਇਹ ਜਿਹੜੇ ਮੇਨ ਪੁਆਇੰਟਰਸ ਹੈਗੇ ਨੇ ਰਾਜਾ ਵੜਿੰਗ ਨੇ ਆਪਣੀ ਸਪੀਚ ਦੇ ਵਿੱਚ ਕਹੇ ਨੇ। ਪਰ ਇੱਕ ਗੱਲ ਉਹਨਾਂ ਨੇ ਯਾਦ ਰੱਖਣ ਨੂੰ ਕਿਹਾ ਹੈ ਕਿ ਤਾੜੀ ਜਿਹੜੀ ਆ ਉਹ ਠੋਕਣੀ ਨਹੀਂ, ਤਾੜੀ ਜਿਹੜੀ ਆ ਉਹ ਮਾਰਨੀ ਆ। ਹੁਣ ਅੰਮ੍ਰਿਤਪਾਲ ਸਿੰਘ ਬਾਰੇ ਜਿਹੜੀ ਵੀ ਕੋਈ ਖਬਰ ਹੋਵੇ ਉਹ ਮੇਜਰ ਡਿਸਕਸ਼ਨ ਦਾ ਵਿਸ਼ਾ ਹੋ ਜਾਂਦੀ ਹੈਗੀ ਆ। ਹਾਲਾਂਕਿ ਸਾਡੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਟਾਈਮ ਜਿਹੜਾ ਹੈ ਉਹ ਜ਼ਿਆਦਾ ਨਹੀਂ ਆ, ਪਰ ਫਿਰ ਵੀ ਥੋੜੀ ਬਹੁਤ ਗੱਲ ਜਿਹੜੀ ਹੈ ਕਰਨੀ ਬਣਦੀ ਹੈਗੀ ਆ। ਲਗਾਤਾਰ ਅਸੀਂ ਵੀ ਜਦੋਂ ਫੀਲਡ ਦੇ ਵਿੱਚ ਜਾ ਰਹੇ ਹਾਂ ਬਹੁਤ ਸਾਰੀਆਂ ਮਾਵਾਂ ਜਿਹੀਆਂ ਸਾਨੂੰ ਵੀ ਕਹਿੰਦੀਆਂ ਨੇ, ਮੈਂ ਵੀ ਇੱਕ ਸਟੋਰੀ ਕੀਤੀ ਸੀਗੀ ਤੇ ਉਸ ਦੇ ਵਿੱਚ ਇਹ ਕਿਹਾ ਗਿਆ ਸੀ, ਅਨੰਦਪੁਰ ਸਾਹਿਬ ਤੋਂ ਅੱਗੇ ਜਾ ਕੇ ਮੈਂ ਸਟੋਰੀ ਕੀਤੀ ਸੀ ਜਿਸ ਦੇ ਵਿੱਚ ਇੱਕ ਮਾਂ ਦਾ ਬੇਟਾ ਜਿਹੜਾ ਹੈ, ਪੁੱਤਰ ਜਿਹੜਾ ਹੈ ਉਹ ਨਸ਼ਾ ਕਰਦਾ ਸੀ ਤੇ ਮੈਂ ਕੋਈ ਹੋਰ ਉਹਨਾਂ ਦੀ ਉੱਥੇ ਸਟੋਰੀ ਕਰਨ ਗਈ ਸੀ ਤੇ ਮੈਨੂੰ ਕਹਿੰਦੇ ਕਿ ਸਾਨੂੰ ਅੰਮ੍ਰਿਤਪਾਲ ਸਿੰਘ ਨਾਲ ਮਿਲਾ ਦਿਓ ਵੀ ਸਾਡਾ ਮੁੰਡਾ ਜਿਹੜਾ ਹੈ ਉਹ ਨਸ਼ੇ 'ਚ ਪਿਆ ਹੋਇਆ ਤੇ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਨਸ਼ਾ ਛੁਡਾ ਸਕਦੇ ਹੈਗੇ ਆ। ਫਿਰ ਇਹ ਮੁਹਿੰਮ ਜਿਹੜੀ ਹੈ ਉਹ ਹੋ ਗਈ, ਕੁਝ ਵੀਡੀਓਜ਼ ਜਿਹੜੀਆਂ ਨੇ ਉਹ ਵੀ ਵਾਇਰਲ ਹੋਈਆਂ ਜਿਨ੍ਹਾਂ ਵੀਡੀਓਜ਼ ਦੇ ਵਿੱਚ ਇਹ ਨਜ਼ਰ ਆਉਂਦਾ ਹੈਗਾ ਕਿ ਅੰਮ੍ਰਿਤਪਾਲ ਸਿੰਘ ਦੇ ਘਰ ਕੁਝ ਲੋਕ ਨੇ ਜਿਹੜੇ ਕਿ ਨਸ਼ਾ ਜਿਨ੍ਹਾਂ ਦਾ ਛੁਡਾਇਆ ਜਾ ਰਿਹਾ ਹੈਗਾ।
ਸੋ ਅਜਿਹੇ ਵਿੱਚ ਜਦੋਂ ਇਹ ਸਾਰੀ ਦੀ ਸਾਰੀ ਵੇਵ ਚੱਲ ਰਹੀ ਹੁੰਦੀ ਹੈਗੀ ਆ, ਹੋਰ ਵੀ ਮਾਵਾਂ ਜਿਹੜੀਆਂ ਨੇ ਲਗਾਤਾਰ ਹੁਣ ਵੀ ਸਾਹਮਣੇ ਆ ਰਹੀਆਂ, ਜਿਹੜੀਆਂ ਕਹਿ ਰਹੀਆਂ ਕਿ ਅਸੀਂ ਆਪਣੇ ਬੱਚੇ ਨੂੰ ਅੰਮ੍ਰਿਤਪਾਲ ਸਿੰਘ ਕੋਲ ਲੈ ਕੇ ਆਏ ਹਾਂ ਕਿ ਉਹ ਕੁਝ ਸਿੱਖੇ, ਕਿ ਸਿੱਖੀ ਸਰੂਪ 'ਚ ਕਿੰਨੀ ਤਾਕਤ ਹੁੰਦੀ ਹੈਗੀ ਆ। ਤੇ ਜੇ ਉਸ ਸਰੂਪ 'ਚ ਮੁਕੰਮਲ ਤੌਰ ਤੇ ਨਹੀਂ ਵੀ ਆਉਣਾ ਚਾਹੁੰਦਾ, ਉਹ ਜੇ ਅੰਮ੍ਰਿਤ ਨਹੀਂ ਵੀ ਛਕਣਾ ਚਾਹੁੰਦਾ, ਘੱਟੋ ਘੱਟ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸਹੀ ਤਰ੍ਹਾਂ ਜੀਏ, ਨਸ਼ਾ ਕਰਨਾ ਛੱਡ ਦੇਵੇ। ਸਾਡੇ ਵਾਸਤੇ ਅੰਮ੍ਰਿਤਪਾਲ ਸਿੰਘ ਇੰਨਾ ਹੀ ਕਰ ਦੇਵੇ ਕਿ ਸਾਡਾ ਬੱਚਾ ਜਿਹੜਾ ਹੈ ਉਹ ਸੁਧਾਰ ਦੇਵੇ। ਸੋ ਮਾਵਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਹੈਗੀਆਂ, ਪਰ ਇਸੇ ਦਰਮਿਆਨ ਜਦੋਂ ਫਿਰ ਉਹ ਕੁਰਸੀਆਂ ਮੇਜ਼ ਸਾੜਨ ਵਾਲੀ ਗੱਲ ਸਾਹਮਣੇ ਆਉਂਦੀ ਹੈ ਤੇ ਫਿਰ ਤੋਂ ਦੋ ਧੜੇ ਜਿਹੜੇ ਨੇ ਬਣ ਜਾਂਦੇ ਨੇ, ਤਿੰਨ ਧੜੇ ਬਣ ਜਾਂਦੇ ਨੇ, ਤਿੰਨ ਧੜੇ ਕਵਾਂਗੇ। ਪਹਿਲਾ ਧੜਾ ਕਹਿੰਦਾ ਆ ਕਿ ਅੰਮ੍ਰਿਤਪਾਲ ਸਿੰਘ ਕੰਮ ਤਾਂ ਵਧੀਆ ਕਰ ਰਿਹਾ ਹੈ, ਪਰ ਗੱਲ ਇਹ ਆ ਕਿ ਹੁਣ ਜਿਵੇਂ ਕੁਰਸੀਆਂ ਮੇਜ਼ ਸਾੜਨਾ ਜਿਹੜਾ ਹੈ ਇਹ ਸਹੀ ਗੱਲ ਨਹੀਂ ਆ, ਕਿਤੇ ਕਿਤੇ ਉਹ ਆਪ ਖੁਦਰਾ ਜਿਹਾ ਹੋ ਜਾਂਦਾ। ਦੂਜਾ ਕਹਿੰਦਾ ਆ ਧੜਾ ਕਿ ਅੰਮ੍ਰਿਤਪਾਲ ਸਿੰਘ ਬਿਲਕੁਲ ਸਹੀ ਕੰਮ ਕਰ ਰਿਹਾ ਹੈ, ਇਸ 'ਚ ਕੋਈ ਬੁਰਾਈ ਨਹੀਂ ਹੈਗੀ। ਤੀਜਾ ਧੜਾ ਇਹ ਕਹਿੰਦਾ ਆ ਕਿ ਅੰਮ੍ਰਿਤਪਾਲ ਸਿੰਘ ਏਜੰਸੀਆਂ ਦਾ ਬੰਦਾ ਹੈਗਾ, ਇੱਕ ਏਜੰਡੇ ਤਹਿਤ ਆਇਆ। ਸੋ ਇਹ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਹੈਗੀਆਂ ਨੇ, ਪਰ ਮਾਵਾਂ ਜਿਹੜੀਆਂ ਨੇ ਉਹ ਜ਼ਰੂਰ ਪਹੁੰਚ ਰਹੀਆਂ ਹੈਗੀਆਂ ਨੇ। ਮਾਵਾਂ ਦੇ ਅੰਦਰ ਅੰਮ੍ਰਿਤਪਾਲ ਸਿੰਘ ਨੂੰ ਵੇਖ ਕੇ ਇੱਕ ਉਮੀਦ ਜਿਹੜੀ ਆ ਜਾਗਦੀ ਹੈ। ਅੰਮ੍ਰਿਤਪਾਲ ਸਿੰਘ ਸਹੀ ਜਾਂ ਗਲਤ, ਇਸ ਬਾਰੇ ਤੁਸੀਂ ਕਮੈਂਟਸ ਦੇ ਵਿੱਚ ਦੱਸ ਸਕਦੇ ਹੈਗੇ ਹੋ। ਕੁਰਸੀਆਂ ਦਾ ਮਾਮਲਾ ਤੋੜਨ ਦਾ ਮਾਮਲਾ, ਸੋਫੇ ਤੋੜਨ ਦਾ ਮਾਮਲਾ ਗੁਰਦੁਆਰਾ ਸਾਹਿਬ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਇਹ ਮਾਮਲਾ, ਇਸ ਮਾਮਲੇ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ, ਇਹ ਵੀ ਕਮੈਂਟਸ ਦੇ ਵਿੱਚ ਗੱਲ ਜਿਹੜੀ ਹੈ ਕਰ ਸਕਦੇ ਹੈਗੇ ਹੋ। ਪਰ ਇੱਥੇ ਗੱਲ ਸਿਰਫ ਇਹ ਹੈਗੀ ਹੈ ਕਿ ਜਿਹੜੀਆਂ ਮਾਵਾਂ ਪਹੁੰਚ ਰਹੀਆਂ ਨੇ, ਖਾਲਸਾ ਵਹੀਰ ਚੱਲ ਰਹੀ ਹੈ, ਖਾਲਸਾ ਵਹੀਰ ਦੇ ਵਿੱਚ ਲੋਕ ਤਾਂ ਪਹੁੰਚ ਰਹੇ ਨੇ, ਅੰਮ੍ਰਿਤ ਜਿਹੜਾ ਹੈ ਅੰਮ੍ਰਿਤਪਾਨ ਵੀ ਕਰਵਾਇਆ ਜਾ ਰਿਹਾ, ਅੰਮ੍ਰਿਤ ਛਕਾਇਆ ਜਾ ਰਿਹਾ ਹੈ, ਪਰ ਮਾਵਾਂ ਦਾ ਆਪਣੇ ਬੱਚਿਆਂ ਨੂੰ ਲੈ ਕੇ ਆਣਾ, ਕਿੱਥੇ ਰੀਹੈਬ ਸੈਂਟਰਸ 'ਚ ਲੈ ਕੇ ਜਾਣਾ ਚਾਹੀਦਾ, ਨਸ਼ਾ ਛੁਡਾਓ ਕੇਂਦਰਾਂ 'ਚ ਲੋਕ ਜਿਹੜੇ ਨੇ ਜਾਂਦੇ ਨੇ, ਪਰ ਇੱਥੇ ਇੱਕ ਉਮੀਦ ਦੇ ਨਾਲ ਲੈ ਕੇ ਆਇਆ ਜਾ ਰਿਹਾ ਹੈ ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਸਾਡੇ ਬੱਚੇ ਦਾ ਨਸ਼ਾ ਛੁਡਵਾ ਦੇਣਗੇ। ਸੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ ਤੇ ਨਵਾਂ ਪ੍ਰਧਾਨ ਮਿਲਣ ਤੋਂ ਬਾਅਦ ਜਿਹੜੀਆਂ ਪ੍ਰਤੀਕਿਰਿਆਵਾਂ ਨੇ, ਤਿੱਖੀਆਂ ਪ੍ਰਤੀਕਿਰਿਆਵਾਂ ਨੇ, ਉਹ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸੋ ਅਜਿਹੇ ਵਿੱਚ ਮਹੰਤ ਕਰਮਜੀਤ ਸਿੰਘ ਨੂੰ ਨਵਾਂ ਪ੍ਰਧਾਨ ਜਿਹੜਾ ਉਹ ਬਣਾਇਆ ਗਿਆ ਹੈ ਤੇ ਦਾਦੂਵਾਲ ਜਿਹੜੇ ਨੇ ਇਸ ਦਾ ਵਿਰੋਧ ਕਰ ਰਹੇ ਨੇ। ਦਾਦੂਵਾਲ ਨੇ ਹਾਲਾਂਕਿ ਇਹ ਗੱਲ ਕਹੀ ਕਿ ਹੁਣ ਸੇਵਾ ਉਹ ਜੇ ਮਿਲੀ ਹੈ ਤੇ ਸੇਵਾ ਨਿਭਾਉਣ, ਪਰ ਇਹਨਾਂ ਨੇ ਅੱਜ ਤੱਕ ਕਦੀ ਗੁਰੂ ਘਰ ਦਾ ਕੁਛ ਨਹੀਂ ਕੀਤਾ, ਇਹਨਾਂ ਨੇ ਕੌਮ ਲਈ ਕੁਛ ਨਹੀਂ ਕੀਤਾ ਤੇ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਹੈ। ਸੋ ਉਹਨਾਂ ਸਣੇ 5 ਮੈਂਬਰ ਜਿਹੜੇ ਨੇ ਉਹ ਇਸ ਦੇ ਵਿਰੋਧ ਦੇ ਵਿੱਚ ਆ ਗਏ ਨੇ। ਉਧਰ ਧਾਮੀ ਵੀ ਜਿਹੜੇ ਨੇ ਉਹ ਕਹਿੰਦੇ ਕਿ ਵੀ ਮੈਂ ਇਸ ਚੋਣ ਨੂੰ ਮੰਨਦਾ ਹੀ ਨਹੀਂ, ਉਹ ਕਹਿੰਦੇ ਮੈਂ ਇਹਨਾਂ ਅਹੁਦੇਦਾਰਾਂ ਦੀ ਚੋਣ ਨੂੰ ਮੰਨਦਾ ਹੀ ਨਹੀਂ, ਮੈਂ ਕਿਸੇ ਪ੍ਰਧਾਨ ਨੂੰ ਮੰਨਦਾ ਹੀ ਨਹੀਂ। ਸੋ ਪੂਰੀ ਖਬਰ ਦਾ ਰੁਖ ਜਿਹੜਾ ਹੈ ਉਹ ਕਰਨਾ ਜ਼ਰੂਰੀ ਹੈ। ਇਹਨਾਂ ਨੇ ਸਰਬਸੰਮਤੀ ਦੇ ਨਾਲ ਜਿਹੜੀ ਆ ਜ਼ਿੰਮੇਵਾਰੀ ਲਈ ਹੈਗੀ ਆ ਮਹੰਤ ਨੇ, ਤੇ ਦਾਦੂਵਾਲ ਭੜਕ ਗਏ। ਬੈਠਕ ਵਿੱਚ 38 ਮੈਂਬਰਾਂ ਨੇ ਜਿਹੜਾ ਹੈ ਉਹ ਹਿੱਸਾ ਲਿਆ ਤੇ 5 ਉਸ ਦੇ ਵਿੱਚ ਵਿਰੋਧ ਵਿੱਚ ਸਨ, ਜਿਸ ਦੇ ਵਿੱਚ ਕਿ ਦਾਦੂਵਾਲ ਵੀ ਸਨ। ਸੋ ਕੁਰੂਕਸ਼ੇਤਰ ਵਿੱਚ ਯਮੁਨਾ ਨਗਰ ਦੇ ਮਹੰਤ ਕਰਮਜੀਤ ਸਿੰਘ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਹੈ ਉਹ ਬਣਾ ਦਿੱਤਾ ਗਿਆ ਹੈਗਾ। ਸੋ 38 ਜਿਹੜੇ ਮੈਂਬਰ ਨੇ ਉਹਨਾਂ ਨੇ ਚੁਣਨਾ ਸੀਗਾ ਪ੍ਰਧਾਨ। ਦਾਦੂਵਾਲ ਸਣੇ 5 ਨੇ ਜਿਹੜਾ ਹੈ ਉਹ ਵਿਰੋਧ ਕੀਤਾ ਹੈਗਾ। ਝੀਂਡਾ ਜਿਹੜੇ ਨੇ ਉਹ ਤਿਆਗ ਪੱਤਰ ਆਪਣਾ ਯਾਨੀ ਰੈਜ਼ਿਗਨੇਸ਼ਨ, ਅਸਤੀਫਾ ਦੇ ਚੁੱਕੇ ਹੈਗੇ ਆ। ਤੇ ਨਾਲ ਦੇ ਨਾਲ ਜਿਹੜੀ ਮੇਨ ਗੱਲ ਹੈਗੀ ਆ, ਮੇਨ ਗੱਲ ਜਿਹੜੀ ਧਾਮੀ ਨੇ ਕੁਝ ਗੱਲਾਂ ਕਹੀਆਂ ਹੈਗੀਆਂ, ਉਹਨਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਹੈਗੇ, ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਹੈਗੇ, ਕਿਉਂਕਿ ਧਾਮੀ ਐਡਵੋਕੇਟ ਧਾਮੀ ਨੇ ਜਦੋਂ ਕਹਿੰਦੇ ਵੀ ਇਹ ਸਾਰਾ ਕੁਝ ਜਿਹੜਾ ਹੈ ਸਰਕਾਰ ਆਪਣੇ ਹੱਥ 'ਚ ਲੈਣਾ ਚਾਹੁੰਦੀ ਹੈ, ਉਹ ਚਾਹੁੰਦੀ ਆ ਕਿ ਜਿਹੜੀ ਸਿੱਖ ਕੌਮ ਹੈਗੀ ਆ ਉਹ ਸਰਕਾਰ ਦੇ ਅਕੋਰਡਿੰਗ ਕੰਮ ਕਰੇ, ਜਿਹੜੀ ਗੁਰਦੁਆਰਿਆਂ ਦੇ ਵਿੱਚ ਰੱਖ ਰਖਾਵ ਜਾਂ ਪ੍ਰਬੰਧਨ ਹੈਗਾ ਉਹ ਵੀ ਸਰਕਾਰੀ ਹੋ ਜਾਏ, ਉਹ ਵੀ ਸਰਕਾਰ ਦੇ ਹੱਥਾਂ ਵਿੱਚ ਆ ਜਾਏ। ਅਜਿਹੇ ਇਲਜ਼ਾਮ ਜਿਹੜੇ ਆ ਉਹ ਧਾਮੀ ਲਾਉਂਦੇ ਹੈਗੇ ਆ। ਸੋ ਵੱਖ-ਵੱਖ ਪ੍ਰਤੀਕਿਰਿਆਵਾਂ ਜਿਹੜੀਆਂ ਇਸ ਦੇ ਸਾਹਮਣੇ ਆਈਆਂ, ਪਰ ਇਹ ਬਿਆਨ ਬਹੁਤ ਵੱਡਾ ਬਿਆਨ ਸੀ ਕਿ ਮੈਂ ਪ੍ਰਧਾਨ ਜਿਹੜਾ ਹਾਂ ਉਹ ਮੰਨਦਾ ਹੀ ਨਹੀਂ, ਮੈਂ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਰੱਦ ਮੰਨਦਾ ਹੈਗਾ। ਉਹਨੇ ਕਿਹਾ ਕਿ ਮੈਂ SGPC ਦਾ ਪ੍ਰਧਾਨ ਹੋਣ ਦੇ ਨਾਤੇ ਇਸ ਨੂੰ ਰੱਦ ਕਰਦਾ ਹੈਗਾ, ਰੱਦ ਮੰਨਦਾ ਹੈਗਾ। ਸੋ ਇਹ ਜਿਹੜੀ ਹੈ ਇਹਨਾਂ ਨੇ ਆਪਣੀ ਗੱਲ ਜਿਹੜੀ ਹੈ ਕਹੀ ਹੈਗੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਵਿਰੋਧੀ ਵਿਚਾਰ ਸ਼ਕਤੀਆਂ ਤੇ ਸਰਕਾਰ ਦੇ ਦਖਲ ਨਾਲ ਜ਼ਬਰਦਸਤੀ ਬਣਾਈ ਜਾ ਰਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਹਿੱਤ ਵਿੱਚ ਨਹੀਂ ਹੈ। ਉਹਨਾਂ ਨੇ ਇਸੇ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਸਿੱਖਾਂ ਦੇ ਹਿੱਤ ਵਿੱਚ ਹੈ ਹੀ ਨਹੀਂ, ਇਹ ਪੰਥਕ ਸੰਸਥਾਵਾਂ ਨੂੰ ਤੋੜਨ ਦੀ ਚਾਲ ਹੈ। ਉਹਨਾਂ ਨੇ ਇਸ ਨੂੰ ਸਾਜ਼ਿਸ਼ਨ ਕਰਾਰ ਦਿੱਤਾ ਹੈ। ਸਿੱਖ ਭਾਈਚਾਰੇ ਵੱਲੋਂ ਪ੍ਰਗਟਾਏ ਗਏ ਖਦਸ਼ੇ ਸਰਕਾਰ ਵੱਲੋਂ ਆਪਣੇ ਅਧਿਕਾਰੀਆਂ ਦੀ ਚੋਣ ਦੇ ਨਾਲ ਸਪਸ਼ਟ ਹੋ ਗਏ ਨੇ।
ਸੋ ਅਜਿਹੇ ਵਿੱਚ ਐਸਜੀਪੀਸੀ ਪ੍ਰਧਾਨ ਨੇ ਹਰਿਆਣਾ ਦੇ ਸਿੱਖ ਆਗੂ ਨੂੰ ਅਪੀਲ ਕੀਤੀ ਕਿ ਉਹ ਆਰਐਸਐਸ ਅਤੇ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀਆਂ ਸਰਕਾਰਾਂ ਦੀਆਂ ਸਿੱਖ ਮਸਲਿਆਂ ਵਿੱਚ ਦਖਲ ਅੰਦਾਜ਼ੀ ਦੀਆਂ ਕੋਝੀਆਂ ਚਾਲਾਂ ਨੂੰ ਸਮਝਣ। ਸੋ ਇਸ ਪੂਰੇ ਦੇ ਪੂਰੇ ਮੁੱਦੇ ਨੂੰ ਧਾਮੀ ਜਿਹੜੇ ਨੇ ਉਹ ਆਰਐਸਐਸ ਪ੍ਰੇਰਿਤ ਮੰਨ ਰਹੇ ਨੇ। ਸੋ ਗੁਰਦੁਆਰਾ ਪ੍ਰਬੰਧਨ ਦੇ ਵਿੱਚ, ਗੁਰੂ ਘਰਾਂ ਦੇ ਪ੍ਰਬੰਧਨ ਦੇ ਵਿੱਚ ਸਿੱਖਾਂ ਦੀ ਜਿਹੜੀ ਐਗਜ਼ਿਸਟੈਂਸ ਹੈ ਉਸ ਦੇ ਵਿੱਚ ਆਰਐਸਐਸ ਆਪਣੀ ਸਾਜ਼ਿਸ਼ ਘੜ ਰਹੀ ਹੈ, ਇਹ ਧਾਮੀ ਮੰਨਦੇ ਨੇ। ਤੁਹਾਨੂੰ ਇਸ ਬਾਬਤ ਕੀ ਲੱਗਦਾ ਹੈ? ਕਮੈਂਟਸ ਦੇ ਵਿੱਚ ਜ਼ਰੂਰ ਦੱਸੋ। ਇੱਕ ਬੇਹੱਦ ਖਤਰਨਾਕ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈਗਾ। ਸਾਹਨੇਵਾਲ ਦਾ ਇਹ ਮਾਮਲਾ ਹੈਗਾ। ਇੱਕ ਪਤੀ ਨੂੰ ਸ਼ੱਕ ਸੀ ਆਪਣੀ ਘਰਵਾਲੀ ਤੇ ਕਿ ਉਸ ਦਾ ਕਿਤੇ ਬਾਹਰ ਅਫੇਅਰ ਚੱਲ ਰਿਹਾ ਹੈ, ਇਸ਼ਕ ਚੱਲ ਰਿਹਾ ਹੈ। ਅਜਿਹੇ ਵਿੱਚ ਉਹ ਇੱਕ ਪਲਾਨ ਬਣਾਉਂਦਾ ਹੈ। ਉਹ ਆਪਣੀ ਪਤਨੀ ਨੂੰ ਮਾਰ ਦਿੰਦਾ ਹੈ, ਗਲਾ ਵੱਢ ਕੇ ਉਸ ਨੂੰ ਮਾਰ ਦਿੰਦਾ ਹੈ। ਇਹ ਮੌਤ ਦਿੰਦਾ ਉਸ ਨੂੰ, ਸਿਰਫ ਸ਼ੱਕ ਦੇ ਆਧਾਰ ਤੇ ਉਸ ਨੂੰ ਮਾਰ ਦਿੰਦਾ ਹੈ। ਉਸ ਤੋਂ ਬਾਅਦ ਪੁਲਿਸ ਤੋਂ ਫੋਨ ਕਰਦਾ। ਪੁਲਿਸ ਤੋਂ ਫੋਨ ਕਰਨ ਤੋਂ ਬਾਅਦ ਕਹਿੰਦਾ ਹੈ ਕਿ ਮੇਰੀ ਘਰਵਾਲੀ ਨੂੰ ਕਿਡਨੈਪ ਕਰਕੇ ਲੈ ਗਏ ਨੇ। ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿਉਂਕਿ ਉਹ ਬਾਰ-ਬਾਰ ਬਿਆਨ ਬਦਲ ਰਿਹਾ ਹੁੰਦਾ। ਔਰ ਪੁਲਿਸ ਨੂੰ ਕਹਿੰਦਾ ਕਿ ਅਸੀਂ ਮਾਤਾ ਚਿੰਤਪੂਰਨੀ ਤੇ ਬਾਈਕ ਤੇ ਮੱਥਾ ਟੇਕਣ ਜਾ ਰਹੇ ਸੀ, ਪਰ ਮੇਰੀ ਘਰਵਾਲੀ ਨੂੰ ਕੋਈ ਕਾਰ ਸਵਾਰ ਆਏ ਬਦਮਾਸ਼ ਤੇ ਉਸ ਨੂੰ ਕਿਡਨੈਪ ਕਰਕੇ ਲੈ ਗਏ। ਕਿਡਨੈਪ ਕਰਕੇ ਲੈ ਗਏ ਤੇ ਹੁਣ ਉਸ ਤੋਂ ਬਾਅਦ ਉਹ ਪੁਲਿਸ ਨੂੰ ਜਿਹੜਾ ਹੈ ਫੋਨ ਕਰ ਦਿੰਦਾ। ਤੁਹਾਨੂੰ ਇਹ ਵੀ ਦੱਸ ਦਈਏ ਕਿ ਆਰੋਪੀ ਨੇ ਮ੍ਰਿਤਕ ਦੇਹ ਨੂੰ ਲੁਧਿਆਣਾ ਮਰੇਟਕੋਟਲਾ ਮਾਰਗ ਤੇ ਜਿਹੜੀ ਕੈਨਾਲ ਪੁਲੀਆ ਹੈਗੀ ਆ ਉਸ ਦੇ ਕੋਲ ਸੁਨਸਾਨ ਥਾਂ ਤੇ ਸੁੱਟ ਦਿੱਤਾ। ਉੱਥੇ ਜਿਹੜੀ ਪੁਲੀ ਹੈਗੀ ਆ, ਪੁੱਲ ਹੈਗਾ, ਸੁਨਸਾਨ ਥਾਂ ਤੇ ਸੁੱਟ ਦਿੱਤਾ। ਤੇ ਉਹ ਮ੍ਰਿਤਕ ਦੇ ਨੂੰ ਸੁੱਟਣ ਦੇ ਬਾਅਦ ਪੁਲਿਸ ਨੂੰ ਖੁਦ ਫੋਨ ਕਰਦਾ ਹੈ ਕਿ ਮੇਰੀ ਘਰਵਾਲੀ ਨੂੰ ਕਿਡਨੈਪ ਕਰਕੇ ਲੈ ਗਏ ਹੈਗੇ। ਸੋ ਇਹ ਪੂਰਾ ਦਾ ਪੂਰਾ ਮਾਮਲਾ ਜਿਹੜਾ ਹੈ ਸਾਹਮਣੇ ਆਉਂਦਾ ਹੈਗਾ, ਪਰ ਪੁਲਿਸ ਨੂੰ ਗੁੱਥੀ ਸੁਲਝਾਉਣ ਦੇ ਵਿੱਚ ਕੋਈ ਜ਼ਿਆਦਾ ਵਕਤ ਜਿਹੜਾ ਹੈ ਨਹੀਂ ਲੱਗਦਾ। ਉਹ ਬਿਆਨ ਬਦਲ ਰਿਹਾ ਹੁੰਦਾ ਹੈ। ਪੁਲਿਸ ਰੋਜ਼ ਅਜਿਹੇ ਕੇਸਿਸ ਜਿਹੜੀ ਹੈ ਟੈਕਲ ਕਰਦੀ ਹੈਗੀ ਆ ਤੇ ਬਾਅਦ ਚ ਫਿਰ ਇਸ ਗੱਲ ਨੂੰ ਸਾਹਮਣੇ ਲਿਆਉਂਦਾ ਜਾਂਦਾ ਹੈ ਕਿ ਇਸਨੇ ਹੀ ਆਪਣੀ ਘਰਵਾਲੀ ਨੂੰ ਮਾਰਿਆ ਹੈਗਾ ਕਿਉਂਕਿ ਇਸ ਨੂੰ ਸ਼ੱਕ ਹੁੰਦਾ ਹੈ ਕਿ ਉਸਦਾ ਬਾਹਰ ਕਿਤੇ ਅਫੇਅਰ ਸੀ। ਸ਼ੱਕ ਦੇ ਆਧਾਰ ਤੇ ਅਸੀਂ ਕਈ ਰਿਸ਼ਤੇ ਖਤਮ ਕਰ ਲੈਂਦੇ ਹਾਂ। ਜੇ ਨਾਲ ਨਹੀਂ ਰਹਿਣਾ, ਤੁਹਾਨੂੰ ਸ਼ੱਕ ਹੈ ਜਾਂ ਕਿਤੇ ਅਫੇਅਰ ਹੈ ਵੀ, ਤੁਸੀਂ ਵੱਖ ਹੋ ਕੇ ਰਹਿ ਸਕਦੇ ਹੋ। ਕਿਸੇ ਨੂੰ ਜਾਨੋਂ ਮਾਰ ਦੇਣਾ ਕਿਸੇ ਵੀ ਤਰੀਕੇ ਨਾਲ ਇਹ ਜਸਟੀਫਾਈਡ ਜਿਹੜਾ ਹੈ ਹੋ ਹੀ ਨਹੀਂ ਸਕਦਾ ਹੈਗਾ। ਸੋ ਅਜਿਹੇ ਵਿੱਚ ਹੁਣ ਉਹ ਵੀ ਆਪਣੀ ਜ਼ਿੰਦਗੀ ਜਿਹੜੀ ਆ ਉਸ ਸਲਾਖਾਂ ਦੇ ਪਿੱਛੇ ਹੀ ਕੱਟੇਗਾ। ਜ਼ਿੰਦਗੀ 'ਚ ਉਸਦੇ ਵੀ ਕੁਝ ਨਹੀਂ ਰਹਿ ਗਿਆ ਹੈਗਾ। ਸੋ ਹੀਟ ਆਫ ਦਾ ਮੂਮੈਂਟ ਦੇ ਵਿੱਚ ਜਦੋਂ ਦਿਮਾਗ ਕੰਮ ਕਰਨਾ ਬੰਦ ਹੋ ਜਾਂਦਾ ਹੈ ਤੇ ਅਜਿਹੀ ਕਿਸੇ ਵੀ ਅਸੀਂ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਆ, ਇਹ ਔਖਾ ਕੰਮ ਹੋ ਜਾਂਦਾ ਹੈ ਹਰ ਕਿਸੇ ਵਾਸਤੇ। ਕੁੜੀ ਦੇ ਪਰਿਵਾਰ ਵਾਲੇ ਹੁਣ ਕੀ ਕਰਨਗੇ ਪਤਾ ਨਹੀਂ, ਮੁੰਡੇ ਦੇ ਪਰਿਵਾਰ ਵਾਲੇ ਹੁਣ ਕੀ ਕਰਨਗੇ ਪਤਾ ਨਹੀਂ। ਕੁੜੀ ਤਾਂ ਮਰ ਗਈ, ਮੁੰਡੇ ਦੀ ਜ਼ਿੰਦਗੀ ਵੀ ਕੋਈ ਹੁਣ ਸੁਖਾਲੀ ਜਿਹੜੀ ਹੈ ਉਹ ਨਹੀਂ ਰਹਿ ਜਾਣੀ ਹੈਗੀ। ਸੋ ਅਜਿਹੇ ਵਿੱਚ ਰਿਸ਼ਤਿਆਂ ਨੂੰ ਬਚਾ ਕੇ ਰੱਖਣ ਵਿੱਚ ਤੇ ਜੇ ਨਹੀਂ ਬਚ ਸਕਦੇ ਤੇ ਅਜਿਹੇ ਰਿਸ਼ਤਿਆਂ ਤੋਂ ਦੂਰ ਰਹਿਣ ਦੇ ਵਿੱਚ ਸਮਝਦਾਰੀ ਹੈ, ਕਤਲੇਆਮ ਦੇ ਵਿੱਚ ਜ਼ਰਾ ਵੀ ਸਮਝਦਾਰੀ ਨਹੀਂ। ਇੱਕ ਹੋਰ ਖਬਰ ਇਸੇ ਤਰ੍ਹਾਂ ਦੀ ਦਿਖਾਵਾਂਗੇ ਜਿਸ 'ਚ ਨਵਾਂ ਵਿਆਹਿਆ ਮੁੰਡਾ, ਅਜੇ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ, ਸੋਹਣਾ ਸੁਨੱਖਾ ਮੁੰਡਾ, ਜਿਹੜੀ ਫੋਟੋ ਵੀ ਸਾਹਮਣੇ ਆਈ ਹੈ ਗੁਲਾਬੀ ਪੱਗ ਦੇ ਵਿੱਚ, ਬਹੁਤ ਸੋਹਣੀ ਫੋਟੋ ਸਾਹਮਣੇ ਆਈ ਹੈ। ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਮਮਦੋਟ ਦੇ ਗਾਮਾ ਪਿੰਡ ਹੈਗਾ, ਉਸ ਪਿੰਡ ਦੇ ਵਿੱਚ ਗੋਲੀਆਂ ਚੱਲੀਆਂ ਪੁਰਾਣੀ ਰੰਜਿਸ਼ ਦੇ ਕਰਕੇ ਤੇ ਉਸ ਦੇ ਵਿੱਚ ਇਸ ਮੁੰਡੇ ਦੀ ਮੌਤ ਹੋਈ ਜਿਹੜੀ ਹੈ ਉਹ ਦੱਸੀ ਜਾਂਦੀ ਹੈਗੀ ਆ। ਸੋ ਤੁਹਾਨੂੰ ਦੱਸ ਦਈਏ ਗੋਲੀਬਾਰੀ ਜਿਹੜੀ ਹੋਈ ਹੈ ਬੜੀ ਜ਼ਬਰਦਸਤ ਹੋਈ ਹੈ ਤੇ ਇੱਕ ਵਿਅਕਤੀ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਆ ਤੇ ਇੱਕ ਵਿਅਕਤੀ ਜਿਹਦੀ ਹਾਲਤ ਜਿਹੜੀ ਆ ਉਹ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈਗੀ ਆ। ਤੇ ਜਾਣਕਾਰੀ ਅਨੁਸਾਰ 4 ਮਹੀਨੇ ਪਹਿਲਾਂ ਹੀ ਮ੍ਰਿਤਕ ਨੌਜਵਾਨ ਦਾ ਵਿਆਹ ਹੋਇਆ ਸੀ। ਸੋ ਮੌਕੇ ਤੇ ਪੁਲਿਸ ਪਹੁੰਚ ਗਈ। ਦੁਸ਼ਮਣੀ ਨੂੰ ਲੈ ਕੇ ਦੋਵਾਂ ਗੁੱਟਾਂ ਵਿਚਕਾਰ ਦੁਪਹਿਰ ਬਾਅਦ 3:30 ਵਜੇ ਝਗੜਾ ਜਿਹੜਾ ਹੈ ਉਹ ਹੋ ਗਿਆ ਸੀ ਤੇ ਇਹ ਝਗੜਾ ਇੰਨਾ ਵੱਧ ਗਿਆ ਕਿ ਗੋਲੀਬਾਰੀ ਜਿਹੜੀ ਹੈ ਉਹ ਚੱਲ ਗਈ। ਸੋ ਅਜਿਹੇ ਵਿੱਚ ਇੱਕ ਹੋਰ ਮਾਮਲਾ ਜਿਸ ਦੇ ਵਿੱਚ ਅਸੀਂ ਆਪਣੀਆਂ ਰੰਜਿਸ਼ਾਂ ਨੂੰ ਪੁਗਾਉਂਦੇ ਰਹਿੰਦੇ ਆ ਤੇ ਫਿਰ ਗੋਲੀਆਂ ਤੱਕ ਗੱਲ ਜਿਹੜੀ ਆ ਆ ਜਾਂਦੀ ਹੈਗੀ ਆ। ਮੌਤਾਂ ਹੁੰਦੀਆਂ ਨੇ, ਕਾਨੂੰਨ ਨੂੰ ਹੱਥ ਵਿੱਚ ਲੈਂਦੇ ਆ, ਜ਼ਿੰਦਗੀ ਜਿਹੜੀ ਹੈ ਪੂਰੀ ਸਲਾਖਾਂ ਦੇ ਪਿੱਛੇ ਬਿਤਾਉਣ ਨੂੰ ਤਿਆਰ ਹੁੰਦੇ ਆ, ਮਰਨ ਨੂੰ ਤਿਆਰ ਹੁੰਦੇ ਆ, ਮਾਰਨ ਨੂੰ ਤਿਆਰ ਹੁੰਦੇ ਆ, ਜ਼ਿੰਦਗੀ ਬਰਬਾਦ ਕਰਨ ਨੂੰ ਤਿਆਰ ਹੁੰਦੇ ਆ, ਪਰ ਰੰਜਿਸ਼ ਨੂੰ ਸੋਲਵ ਕਰਨ ਦੇ ਵਿੱਚ ਜਾਂ ਰੰਜਿਸ਼ ਨੂੰ ਦੂਰ ਕਰਨ ਦੇ ਵਿੱਚ ਜਾਂ ਖਤਮ ਕਰਨ ਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਨਹੀਂ। ਸੋ ਸਿੱਟੇ ਫਿਰ ਅਜਿਹੇ ਹੁੰਦੇ ਨੇ। ਬੇਹੱਦ ਦੁਖਦਾਈ ਖਬਰ ਹੈ। ਅਸੀਂ ਰੋਜ਼ ਤੁਹਾਨੂੰ ਜਲੰਧਰ ਦੇ ਲਤੀਫਪੁਰਾ ਦੀਆਂ ਖਬਰਾਂ ਜਿਹੜੀਆਂ ਉਹ ਦੱਸ ਰਹੇ ਹਾਂ ਜਿੱਥੇ ਅਸ਼ਿਆਨੇ ਜਿਹੜੇ ਨੇ ਢਾਏ ਗਏ ਨੇ। ਅੱਜ ਉਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਲੁਧਿਆਣੇ ਵਿੱਚ ਵੀ ਹੋਈ ਆ ਤੇ ਲੁਧਿਆਣੇ ਵਿੱਚ ਦੁਕਾਨਾਂ ਜਿਹੜੀਆਂ ਨੇ ਜਿਹੜੀਆਂ ਗੈਰ ਕਾਨੂੰਨੀ ਉਸਾਰੀਆਂ ਸਨ ਉਹਨਾਂ ਨੂੰ ਢਾਇਆ ਗਿਆ ਤੇ ਇਲਜ਼ਾਮ ਜਿਹੜੇ ਨੇ ਉਹ ਇਹ ਨੇ ਕਿ
औरतां भी इत्थे कुੱਟੀਆਂ ਗਈਆਂ ਨੇ, ਸਮਾਨ ਕੱਢਣ ਤੱਕ ਦਾ ਵਕਤ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ। ਸੋ ਪੀਲਾ ਪੰਜਾ ਜਿਹੜਾ ਹੈ ਇੱਥੇ ਵੀ ਚੱਲਿਆ, ਇੱਥੇ ਵੀ ਰੋਂਦੀਆਂ ਮਹਿਲਾਵਾਂ, ਰੋਂਦੇ ਲੋਕ, ਰੋਂਦੇ ਦੁਕਾਨਦਾਰ ਸਾਹਮਣੇ ਆਏ। ਇੱਥੇ ਵੀ ਪ੍ਰਦਰਸ਼ਨ ਜਿਹੜਾ ਹੈ ਉਹ ਹੋਇਆ, ਇੱਥੇ ਵੀ ਪ੍ਰਸ਼ਾਸਨ ਨਾਲ ਟਾਕਰਾ ਜਿਹੜਾ ਹੈ ਉਹ ਲਿਆ ਗਿਆ, ਇੱਥੇ ਵੀ ਲਾਠੀਚਾਰਜ ਹੋਇਆ। ਯਾਨੀ ਸਿਚੁਏਸ਼ਨ ਇੱਥੇ ਵੀ ਵੱਧ ਤੋਂ ਬਦਤਰ ਰਹੀ। ਸੋ ਕਿਹੜਾ ਇਲਾਕਾ ਹੈ ਤੁਹਾਨੂੰ ਇਹ ਦੱਸ ਦੇਣੀ ਹੈਗੀ ਆ। ਲੁਧਿਆਣਾ ਵਿੱਚ ਨਗਰ ਨਿਗਮ ਟੀਮ ਸ਼ਿਵਪੁਰੀ ਸਥਿਤ ਗੈਰ ਕਾਨੂੰਨੀ ਰੂਪ ਨਾਲ ਬਣੀਆਂ ਦੁਕਾਨਾਂ ਤੇ ਉਹਨਾਂ ਨੇ ਕਾਰਵਾਈ ਜਿਹੜੀ ਹੈ ਉਹ ਕੀਤੀ ਹੈਗੀ ਆ। ਦੁਕਾਨਦਾਰਾਂ ਨੇ ਟੀਮ ਦੀ ਕਾਰਵਾਈ ਦਾ ਪੂਰਾ ਵਿਰੋਧ ਕੀਤਾ ਤੇ ਇਸ ਦੇ ਵਿੱਚ ਸੁਰੱਖਿਆ ਲੈਂਦਿਆਂ ਹੋਇਆਂ ਨਿਗਮ ਅਧਿਕਾਰੀਆਂ ਨੇ ਆਪਣੀ ਕਾਰਵਾਈ ਜਿਹੜੀ ਜਾਰੀ ਰੱਖੀ, ਕਿਸੇ ਦੀ ਇੱਕ ਵੀ ਨਹੀਂ ਸੁਣੀ। ਲੋਕ ਕਹਿ ਰਹੇ ਨੇ ਕਿ ਸਾਡਾ ਸਮਾਨ ਸੀ, ਬਹੁਤ ਮਹਿੰਗਾ ਸਮਾਨ ਸੀ, ਸਾਡੀ ਪੂਰੀ ਜ਼ਿੰਦਗੀ ਦੀ ਪੂੰਜੀ ਰਹੀ ਜਿਸ ਨੂੰ ਕੱਢਣ ਤੱਕ ਦਾ ਮੌਕਾ ਨਹੀਂ ਦਿੱਤਾ ਗਿਆ। ਲੋਕਾਂ ਨੇ ਇਹ ਵੀ ਕਿਹਾ ਕਿ ਵਕੀਲ ਨੇ ਕਿਹਾ ਸੀ ਕਿ 3 ਨੋਟਿਸ ਆਣੇ ਜ਼ਰੂਰੀ ਨੇ, ਉਸ ਤੋਂ ਬਾਅਦ ਹੀ ਕੋਈ ਕਾਰਵਾਈ ਹੋ ਸਕਦੀ ਹੈ, ਪਰ ਨਿਗਮ ਵਾਲਿਆਂ ਨੇ ਆਪਣੀ ਕਾਰਵਾਈ ਜਿਹੜੀ ਹੈ ਧੜੱਲੇ ਨਾਲ ਕੀਤੀ ਹੈਗੀ ਆ, ਜਿਹੜੀ ਕਿ ਸਹੀ ਨਹੀਂ ਹੈਗੀ। ਉਹਨਾਂ ਨੇ ਨਿਯਮਾਂ ਨੂੰ ਛਿੱਕੇ ਟੰਗਿਆ ਆ। ਸੋ ਜਿਹੇ ਵਿੱਚ ਕੌਣ ਸਹੀ ਕੌਣ ਗਲਤ ਇਹ ਤਾਂ ਸਾਹਮਣੇ ਆ ਹੀ ਜਾਏਗਾ। ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਉਹਨਾਂ ਕੋਲ ਰਜਿਸਟਰੀ ਵੀ ਹੈ, ਫਿਰ ਵੀ ਨਿਗਮ ਟੀਮ ਉਹਨਾਂ ਨਾਲ ਧੱਕਾ ਕਰਕੇ ਗਈ ਆ। ਇਸ ਦੌਰਾਨ ਇੱਕ ਦੁਕਾਨਦਾਰ ਨੂੰ ਹਾਰਟ ਅਟੈਕ ਤੱਕ ਵੀ ਆ ਗਿਆ, ਇਹ ਖਬਰ ਸਾਹਮਣੇ ਆਈ ਹੈ ਜਦੋਂ ਇਹ ਸਾਰੀ ਕਾਰਵਾਈ ਹੋ ਰਹੀ ਸੀ। ਜ਼ਾਹਰ ਤੌਰ ਤੇ ਜਦੋਂ ਪਹਿਲਾਂ ਗੈਰ ਕਾਨੂੰਨੀ ਉਸਾਰੀਆਂ ਹੋਣ ਦਿੱਤੀਆਂ ਜਾਂਦੀਆਂ ਨੇ, ਪਹਿਲਾਂ ਸਾਰਾ ਕੁਝ ਜਿਹੜਾ ਹੈ ਮੀਟਰ ਤੁਹਾਡੇ ਲੱਗ ਜਾਣਗੇ, ਤੁਹਾਡੀ ਰਜਿਸਟਰੀ ਜਿਹੜੀ ਹੈ ਉਹ ਹੋ ਜਾਏਗੀ, ਕਿਉਂਕਿ ਜਿਹੜੀ ਗੈਰ ਕਾਨੂੰਨੀ ਜਗ੍ਹਾ ਨਾ ਤਾਂ ਉੱਥੇ ਮੀਟਰ ਲੱਗ ਸਕਦਾ, ਨਾ ਉੱਥੇ ਪਾਣੀ ਆ ਸਕਦਾ, ਨਾ ਉੱਥੇ ਰਜਿਸਟਰੀ ਹੋਣੀ ਚਾਹੀਦੀ, ਕੁਝ ਵੀ ਨਹੀਂ ਹੁੰਦਾ, ਪਰ ਸਾਰਾ ਕੁਝ ਹੋ ਜਾਂਦਾ ਤੇ ਉਹ ਲੋਕ ਵੀ ਆਪਣੇ ਆਪ ਨੂੰ ਇਹ ਮੰਨਣਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਸਾਡੀ ਜਗ੍ਹਾ ਆ, ਅਸੀਂ ਇਸ ਦੇ ਪਿੱਛੇ ਪੈਸਾ ਦਿੱਤਾ ਹੈਗਾ ਤੇ ਇਹ ਸਾਡੀ ਜਗ੍ਹਾ, ਇਹ ਗੈਰ ਕਾਨੂੰਨੀ ਹੋ ਹੀ ਨਹੀਂ ਸਕਦੀ। ਤੇ ਬਾਅਦ ਚ ਸਾਲੋਂ ਬਾਅਦ ਨਾ ਇੱਕ ਦਿਨ ਪਤਾ ਲੱਗ ਜਾਂਦਾ ਆ ਕਿ ਇਹ ਜਗ੍ਹਾ ਜਿਹੜੀ ਹੈ ਇਹ ਗੈਰ ਕਾਨੂੰਨੀ ਹੈ। ਨੋਟਿਸ ਤੇ ਨੋਟਿਸ ਆਉਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਲੋਕਾਂ ਦੀ ਰੋਜ਼ੀ ਰੋਟੀ ਦਾ ਕੋਈ ਹੋਰ ਜ਼ਰੀਆ ਨਹੀਂ ਬਚਦਾ ਤਾਂ ਉਹ ਰੋਂਦੇ ਨੇ, ਬਿਲਖਦੇ ਨੇ, ਕਿਉਂਕਿ ਉਹ ਕਿੱਥੇ ਜਾਣ। ਹੁਣ ਸਾਲੋਂ ਸਾਲ ਪੁਰਾਣੀਆਂ ਦੁਕਾਨਾਂ ਖਤਮ ਹੋ ਗਈਆਂ, ਤਬਾਹ ਹੋ ਗਈਆਂ। ਅਸੀਂ ਮਾਨਯੋਗ ਹਾਈ ਕੋਰਟ ਦੇ ਜਾਂ ਅਸੀਂ ਗੱਲ ਕਰੀਏ, ਅਸੀਂ ਕੋਰਟਸ ਦੀ ਗੱਲ ਕਰੀਏ, ਅਸੀਂ ਡਿਸਟ੍ਰਿਕਟ ਕੋਰਟਸ ਦੀ ਗੱਲ ਕਰੀਏ, ਹਾਈ ਕੋਰਟਸ ਦੀ ਗੱਲ ਕਰੀਏ, ਸੁਪਰੀਮ ਕੋਰਟਸ ਦੀ ਗੱਲ ਕਰੀਏ, ਕਾਨੂੰਨ ਹੈ। ਕਾਨੂੰਨ ਦੀ ਗੱਲ ਦੀ ਉਲੰਘਣਾ ਨਹੀਂ ਕਰਦੇ। ਅਦਾਲਤਾਂ ਮਾਨਯੋਗ ਨੇ, ਮਾਨਯੋਗ ਰਹਿਣਗੀਆਂ। ਪਰ ਗੱਲ ਇੱਥੇ ਇਹ ਆ ਕਿ ਜਦੋਂ ਇਹ ਉਸਾਰੀਆਂ ਹੁੰਦੀਆਂ ਨੇ, ਹੁਣ ਕਿਉਂ ਦਿੱਤੀਆਂ ਜਾਂਦੀਆਂ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਹਾਲਾਤ ਇਹ ਵਾਲੇ ਹਾਲਾਤ ਜਿਹੜੇ ਉਹ ਪੈਦਾ ਹੋ ਜਾਂਦੇ ਨੇ। ਇਹ ਵਾਕਈ ਜਿਹਨੂੰ ਕਹਿੰਦੇ ਆ ਹਾਰਟ ਰੈਂਚਿੰਗ, ਇਹ ਬਹੁਤ ਅਪਸੈਟਿੰਗ ਆ। ਤਸਵੀਰਾਂ ਜਦੋਂ ਦੇਖੀਆਂ, ਜਦੋਂ ਔਰਤਾਂ ਰੋ ਰਹੀਆਂ, ਹੱਥ ਜੋੜ ਮਿੰਨਤਾਂ ਕਰ ਰਹੀਆਂ ਕਿ ਨਾ ਕਰੋ, ਨਾ ਸਾਡਾ ਸਮਾਨ ਹੈ, ਸਾਡੀਆਂ ਦੁਕਾਨਾਂ ਨੇ, ਸਾਡਾ ਨਾ ਕਰੋ, ਸਾਡੀ ਰੋਜ਼ੀ ਰੋਟੀ ਦਾ ਕੋਈ ਹੋਰ ਜ਼ਰੀਆ ਨਹੀਂ, ਪਰ ਨਹੀਂ ਰੁਕਿਆ ਗਿਆ। ਉਹ ਵੀ ਕਾਨੂੰਨ ਹੱਥੋਂ ਮਜਬੂਰ, ਇਹ ਰੋਜ਼ੀ ਰੋਟੀ ਹੱਥੋਂ ਮਜਬੂਰ। ਜ਼ਿਆਦਾ ਮਜਬੂਰ ਕੌਣ, ਇਹ ਹੁਣ ਤੁਸੀਂ ਦੱਸਣਾ ਹੈਗਾ। ਸੋ ਅੱਜ ਦਾ ਇਹ ਪੂਰੇ ਦਾ ਪੂਰਾ ਐਪੀਸੋਡ ਇੰਨਾ ਹੀ ਰਿਹਾ। ਜਾਂਦਿਆਂ ਮੈਨੂੰ ਇਹ ਹੁੰਦਾ ਕਿ ਕੋਈ ਨਾ ਕੋਈ ਲਾਈਟ ਖਬਰ ਆਪਾਂ ਕਰਦਿਆ ਕਰੀਏ ਕਿ ਥੋੜਾ ਜਾਂਦਿਆਂ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈਗੀ ਹੈ। ਪਰ ਅੱਜ ਚਾਹ ਕੇ ਵੀ ਅਜਿਹਾ ਨਹੀਂ ਕਰ ਸਕੀ, ਕਿਉਂਕਿ ਜਦੋਂ ਰੋਜ਼ੀ ਰੋਟੀ ਤੇ ਗੱਲ ਆਉਂਦੀ ਹੈ ਤੇ ਫਿਰ ਕਿਸ ਤਰ੍ਹਾਂ ਇਜਾਜ਼ਤਾਂ ਜਿਹੜੀਆਂ ਨੇ ਉਹ ਖੁਸ਼ ਹੋ ਕੇ ਲਈਆਂ ਜਾਂਦੀਆਂ ਨੇ। ਖੈਰ, ਕੋਸ਼ਿਸ਼ ਕਰਦੇ ਹੈਗੇ ਆ। ਕਹਿੰਦੇ ਆ ਵੀ ਪੱਤਰਕਾਰ ਨੂੰ ਦਿਲ ਤੇ ਨਹੀਂ ਲੈਣੀ ਚਾਹੀਦੀ, ਪਰ ਮੈਨੂੰ ਹੋਰ ਚੀਜ਼ ਲੱਗਦੀ ਹੈਗੀ। ਬਹੁਤ ਸਾਲ ਹੋ ਗਏ ਮੈਨੂੰ ਪੱਤਰਕਾਰੀ 'ਚ ਕਿ ਜੇ ਪੱਤਰਕਾਰ ਦਿਲ ਤੇ ਨਾ ਲੈਣ ਤੇ ਉਹ ਲੋਕਾਂ ਦਾ ਦਰਦ ਜਿਹੜਾ ਹੈ ਉਹ ਬਿਆਨ ਕਰ ਨਹੀਂ ਸਕਦੇ ਹੈਗੇ। ਸਾਨੂੰ ਕੋਰਟ ਦੀ ਇੱਜ਼ਤ ਵੀ ਕਰਨੀ ਹੈਗੀ ਆ, ਸਾਨੂੰ ਜਜ਼ਬਾਤਾਂ ਦੀ ਇੱਜ਼ਤ ਵੀ ਕਰਨੀ ਹੈਗੀ ਆ। ਇਸ ਦੀ ਕੋਈ ਤਕੜੀ ਨਹੀਂ ਹੈਗੀ ਕਿ ਕੌਣ ਉੱਪਰ ਕੌਣ ਥੱਲੇ। ਸਾਡੇ ਵਾਸਤੇ ਬੜਾ ਕਦੀ ਕਹਿੰਦੇ ਆ ਵੀ ਧਰਮ ਸੰਕਟ ਵੀ ਆ ਜਾਂਦਾ, ਪਰ ਕੋਸ਼ਿਸ਼ ਕਰੀਦੀ ਹੈ ਕਿ ਹਰ ਚੀਜ਼ ਜਿਹੜੀ ਹੈ ਉਹ ਬਿਲਕੁਲ ਓਨੈਸਟੀ ਨਾਲ, ਇਮਾਨਦਾਰੀ ਦੇ ਨਾਲ, ਨਿਊਟਰਲ ਰਹਿ ਕੇ, ਬਿਨਾਂ ਪੱਖਪਾਤ ਦੇ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਜਾਏ, ਕਿਉਂਕਿ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਖਰਾਬ ਹੁੰਦਿਆਂ ਟਾਈਮ ਨਹੀਂ ਲੱਗਦਾ, ਇਲਜ਼ਾਮ ਜਿਹੜੇ ਨੇ ਲੱਗਦੇ ਟਾਈਮ ਨਹੀਂ ਲੱਗਦਾ। ਮੇਰਾ ਅੰਦਾਜ਼ ਵੀ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੋਏਗਾ, ਬਹੁਤ ਜੀਆਂ ਨੂੰ ਪਸੰਦ ਨਹੀਂ ਵੀ ਹੋਏਗਾ, ਪਰ ਹਰ ਗੱਲ ਜਿਹੜੀ ਹੈ, ਤੁਹਾਡਾ ਪਿਆਰ, ਤੁਹਾਡੀ ਸ਼ਿਕਾਇਤ, ਹਰ ਚੀਜ਼ ਜਿਹੜੀ ਹੈ ਉਹ ਸਿਰ ਮੱਥੇ ਆ। ਤੇ
ਫਿਰ ਜਦੋਂ ਆਪਾਂ ਅਗਲੇ ਮਹੀਨੇ ਤੱਕ ਮਤਲਬ ਮਿਡ ਤੱਕ ਜਦੋਂ ਬੈਨੀਪਾਲ ਸਾਹਿਬ ਨੇ ਵਾਪਸ ਆ ਜਾਣਾ ਸ਼ਾਇਦ ਮਤਲਬ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਥੇ ਰਹਿ ਜਾਂਦੀਆਂ ਹੁੰਦੀਆਂ। ਫਿਰ ਆਪਾਂ ਮਿਲਾਂਗੇ, ਨਹੀਂ ਮਿਲਾਂਗੇ ਜਾਂ ਕਦੇ ਦੁਬਾਰਾ ਇੰਡੀਆ ਆਉਣਗੇ, ਫਿਰ ਮੇਰੀ ਡਿਊਟੀ ਲਗਾਉਣਗੇ, ਫਿਰ ਆਪਾਂ ਮਿਲਾਂਗੇ। ਜ਼ਾਹਿਰ ਤੌਰ 'ਤੇ ਉਹਨਾਂ ਦਾ ਸ਼ੋਅ ਆ, ਤੁਸੀਂ ਉਹਨਾਂ ਨੂੰ ਮਿਸ ਵੀ ਕਰਦੇ ਹੈਗੇ ਹੋ। ਮੇਰੀ ਥੋੜ੍ਹੀ ਦੇਰ ਲਈ ਜਿਹੜੀ ਡਿਊਟੀ ਲੱਗੀ ਆ, ਮੈਂ ਉਹ ਨਿਭਾ ਰਹੀ ਹਾਂ। ਪਰ ਮੇਰਾ ਸਿਰਫ ਇਹੀ ਮਕਸਦ ਆ ਕਿ ਜਿੰਨੀ ਦੇਰ ਵੀ ਮੈਂ ਇੱਥੇ ਹਾਂ, ਮੈਂ ਤੁਹਾਨੂੰ ਹਰ ਇੱਕ ਖਬਰ ਜਿਹੜੀ ਹੈ ਉਸਦੀ ਤਾਸੀਰ ਵੀ ਦੱਸਾਂ, ਮੈਂ ਸਟੋਰੀ ਦੱਸਾਂ, ਪਰ ਬਿਹਾਈਂਡ ਦ ਸੀਨ ਜੋ ਹੋ ਰਿਹਾ ਹੈ ਉਸ ਤੋਂ ਵੀ ਖੁੰਝੀਏ ਨਾ, ਉਸ 'ਤੇ ਵੀ ਗੱਲ ਜਿਹੜੀ ਹੈ ਜ਼ਰੂਰ ਕਰੀਏ। ਜੇ ਰਿਸ਼ਤਿਆਂ ਦੀ ਖਬਰ ਹੈ ਤੇ ਰਿਸ਼ਤਿਆਂ 'ਤੇ ਗੱਲ ਕਰੀਏ, ਜੇ ਸਿਆਸਤਾਂ ਦੀ ਖਬਰ ਹੈ ਤੇ ਸਿਆਸਤਾਂ ਦੇ ਪਿੱਛੇ ਦੀ ਕਹਾਣੀ ਦੀ ਗੱਲ ਕਰੀਏ। ਖਬਰ ਨੂੰ ਪੜ੍ਹ ਕੇ ਕਹਿ ਕੇ ਬਸ ਉੱਥੇ ਨਾ ਛੱਡੀਏ, ਉਸਦੇ ਅੱਗੇ ਤੱਕ ਜਾਈਏ, ਉਸ ਨੂੰ ਧੁਰ ਤੱਕ ਲੈ ਕੇ ਜਾਈਏ ਤਾਂ ਕਿ ਆਵਾਜ਼ ਜਿਹੜੀ ਆ ਉਹ ਧੁਰ ਤੱਕ ਪਹੁੰਚੇ। ਸੋ ਆਪਣਾ ਬਹੁਤ ਬਹੁਤ ਧਿਆਨ ਰੱਖੋ, ਮਿਲਦੇ ਹਾਂ ਛੇਤੀ। ਸਤਿ ਸ਼੍ਰੀ ਅਕਾਲ।